4:15 ਵਜੇ फ़ोन आ गया सवेरे सवेरे। कहता बेटा जी तुहाडे लिखे हुए ना शब्दों ते फुੱਲ चढ़ाउण लई आ गया। अच्छा। ते मैं ना लिटरली मेरे हंझू आ गए जी। मैं जो 700-800 वर्ड्स का ना लिख के अजीत नूं भेजता जी, टाइप करा के 3 नंबर गेट तो। मेरे को कंप्यूटर नहीं सी हुंदा ते जी वो संडे लग गया जी। अच्छा। संडे लग गया तो मैनू बेतहाशा फोन आए जी। अच्छा। मैं क्या भी इन्ना लोग पढ़ते हैगे। हाँ। ते जी उस तो बाद यूनीवर्सिटी दे विच मंडे ना जी कित्थे प्रॉस्पैक्ट विकदे सीगे, उत्थे जी लंबियां लाइनां लगियां। लोकां ने अखबार दिखाउणा भी आ जो लिखिया सानूं ये दे दिओ। किसी दे घर गए थोनों ने बाहां खोल के उच्ची आवाज किया वेलकम पुत्रा, तो थोड़ा एक औरा चेंज हो जाऊगा भी ਉਹਦੇ 'ਚ थोड़ी अपनापन आ जाऊ। एक हुण तुसीं किसी दे घर जाने हो, हाँ जी बेटा किद्दां आए की काम सी रहोगे जाओगे, तो थोड़ियां ਉਹ ਵਾਈਬ੍ਰੇਸ਼ਨਸ ਆ ਨਾ ਕਿਹੜੀਆਂ ਉਹ ਤੁਹਾਡੇ ਸ਼ਬਦਾਂ ਤੋਂ ਪਹਿਲਾਂ ਹੀ ਆ ਜਾਂਦੀਆਂ ਨੇ। ਕੀ ਤੁਹਾਡਾ ਵੀ ਬਾਹਰ ਜਾਣ ਦਾ ਸੁਪਨਾ ਹੈ? ਕੀ ਤੁਸੀਂ ਵੀ 8+ ਬੈਂਡ ਲੈਣਾ ਚਾਹੁੰਦੇ ਹੋ? ਤਾਂ ਫਿਰ ਹੁਣੇ ਜੁਆਇਨ ਕਰੋ ਰਸਨੀਕ ਆਈਲੈਟਸ ਕੋਚਿੰਗ ਸੈਂਟਰ ਨੂੰ, ਜਿੱਥੇ ਘੱਟ ਫੀਸ ਤੇ ਵੱਧ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ। IDP ਵੱਲੋਂ ਸਰਟੀਫਾਈਡ ਇਸ ਸੈਂਟਰ 'ਚ ਤੁਹਾਡੀ ਸੁਵਿਧਾ ਮੁਤਾਬਕ ਆਨਲਾਈਨ ਤੇ ਆਫਲਾਈਨ ਕਲਾਸਿਸ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਤਾਂ ਸੰਪਰਕ ਕਰੋ ਰਸਨੀਕ ਆਈਲੈਟਸ ਕੋਚਿੰਗ ਸੈਂਟਰ 7986024708। There are various coaching centers that provide classes for IELTS, but I assure you a difference. Listening module is like a cakewalk, and definitely you do not require coaching for it. It's just a matter of practice. But on the other hand, reading, speaking and writing require a lot of practice along with proper guidance. So I am here to guide you in the best way I can. I am providing both online and offline lectures for writing part, proper formatting, reading tips and tricks, and speaking individual classes as well. ਲਵ ਯੂ ਜ਼ਿੰਦਗੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਪ੍ਰੋਫੈਸਰ ਹੀਰਾ ਸਿੰਘ ਭੋਪਾਲ ਜੀ ਦੇ ਨਾਲ। ਪਿੰਡ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੇ ਸਫ਼ਰ ਦੀ ਅਸੀਂ ਗੱਲ ਕੀਤੀ ਸੀ ਤੇ ਨਾਲ ਹੀ ਇਸ ਗੱਲ ਦਾ ਅਹਿਸਾਸ ਬਾਰ-ਬਾਰ ਹੋ ਰਿਹਾ ਸੀ ਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਹੁੰਦਾ ਹੀ ਰਹਿੰਦਾ ਹੈ, ਉਤਾਰ ਚੜਾਅ ਲੱਗੇ ਹੀ ਰਹਿੰਦੇ ਨੇ। ਬਸ ਜ਼ਰੂਰੀ ਹੁੰਦਾ ਹੈ ਕਿ ਅਸੀਂ ਫੋਕਸਡ ਰਹੀਏ, ਪੋਜ਼ੀਟਿਵ ਰਹੀਏ ਤੇ ਰਾਹ ਉੱਤੇ ਚੱਲਦੇ ਰਹੀਏ, ਉਹ ਰਾਹ ਜੋ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾਉਂਦਾ ਹੈ। ਤੇ ਅੱਜ ਦੇ ਐਪੀਸੋਡ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੀਆਂ ਲਿਖਤਾਂ ਦੇ ਬਾਰੇ। ਸਰ, ਬਹੁਤ-ਬਹੁਤ ਸਵਾਗਤ ਹੈ ਇੱਕ ਵਾਰੀ ਫਿਰ ਸਾਡੇ ਪ੍ਰੋਗਰਾਮ ਲਵ ਯੂ ਜ਼ਿੰਦਗੀ 'ਚ। ਥੈਂਕ ਯੂ ਮੈਮ, ਸੋ ਨਾਈਸ ਆਫ ਯੂ। ਸਰ, ਇਹ ਪੁੱਛਾਂਗੀ, ਵਿਗਿਆਨਿਕ ਸੋਚ ਰੱਖਣ ਵਾਲਾ, ਸਾਇੰਸ ਨਾਲ ਜੁੜਿਆ ਹੋਇਆ, ਲਿਖਣ ਕਿਵੇਂ ਲੱਗ ਗਿਆ, ਇਹਨਾਂ ਭਾਵੁਕ ਕਿਵੇਂ ਹੋ ਗਿਆ? ਮੈਂ ਸੋਚਦਾ ਸਾਇੰਸ ਤੇ ਆਰਟ ਦਾ ਕੰਬੀਨੇਸ਼ਨ ਹੈ ਨਾ ਕਿਹੜਾ, ਉਹ ਬਹੁਤ ਜ਼ਬਰਦਸਤ ਆ ਜੀ। ਪਰ ਮੈਨੂੰ ਲੱਗਦਾ ਵੀ ਇਹ ਮੇਰੀ ਰੂਹ ਦੀ ਖੁਰਾਕ ਆ ਜੀ। ਅੱਛਾ। ਮੇਰਾ ਪਹਿਲਾ ਪਬਲਿਸ਼ਡ ਆਰਟੀਕਲ ਸੀਗਾ ਜੀ, ਅਜੀਤ ਛਪਿਆ ਸੀ 2008 ਦੇ ਵਿੱਚ ਜੀ। ਔਰ ਉਹਨੇ ਮੈਨੂੰ ਇੰਨਾ ਕਿ ਇਮੋਸ਼ਨਲ ਕਰਤਾ ਸੀਗਾ ਜੀ। ਤਾਂ ਵੀ ਮੈਨੂੰ ਲੱਗਿਆ ਵੀ ਮੈਂ ਲਿਖਣਾ। ਅੱਛਾ। ਕੀ ਹੋਇਆ ਜੀ, ਸਾਡੇ ਉਦੋਂ ਨਾ ਵਾਈਸ ਚਾਂਸਲਰ ਡਾਕਟਰ ਕੰਗ ਸੀਗੇ ਜੀ, ਬੜੇ ਰਿਨਾਊਂਡ ਸਾਇੰਟਿਸਟ ਸੀਗੇ, US ਉਹਨਾਂ ਨੇ ਪੜ੍ਹੇ ਅਤੇ ਉੱਥੇ ਪ੍ਰੋਫੈਸਰ ਰਹੇ ਯੂਨੀਵਰਸਿਟੀ ਕੈਂਸਸ ਦੇ ਵਿੱਚ। ਉਹਨਾਂ ਨੇ ਆ ਕੇ, ਉਹਨਾਂ ਦਾ ਇੱਕ ਡਰੀਮ ਪ੍ਰੋਜੈਕਟ ਸੀਗਾ। ਨਾਲ ਹੀ ਡਾਕਟਰ ਮਿਲਖਾ ਸਿੰਘ ਡੀਨ ਸੀ, ਉਹ ਵੀ ਕੈਨੇਡੀਅਨ ਯੂਨੀਵਰਸਿਟੀ 'ਚ ਪੜ੍ਹੇ ਹੋਏ ਸੀ। ਉਹ ਵੀ ਬੜੀ ਇੱਦਾਂ ਦੀ ਸੋਚ ਰੱਖਦੇ ਸੀਗੇ ਵੀ ਪਿੰਡ ਵਾਲੇ ਬੱਚਿਆਂ ਲਈ ਅਸੀਂ ਕੀ ਕਰ ਸਕਦੇ ਹਾਂ। ਅਤੇ ਮੈਂ ਤਾਂ ਬੱਚਾ ਸੀਗਾ ਜੀ, ਮੈਂ ਸਟੂਡੈਂਟ ਸੀਗਾ ਹੈ ਨਾ ਜੀ। ਅਤੇ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਵੀ 10th ਤੋਂ ਬਾਅਦ ਅਸੀਂ ਇੱਥੇ ਬੱਚੇ ਐਡਮਿਟ ਕਰਨੇ ਸ਼ੁਰੂ ਕਰਨੇ ਆ। ਉਹ ਦੈਟ ਵਿਲ ਬੀ ਅ 6 year ਪ੍ਰੋਗਰਾਮ। ਅਦਰਵਾਈਜ਼ ਅਸੀਂ ਕਦੋਂ ਆਏ ਸੀਗੇ, ਅਸੀਂ 4 year ਡਿਗਰੀ ਪ੍ਰੋਗਰਾਮ 'ਚ ਆਏ ਸੀਗੇ। ਇੱਥੇ ਐਲੀਜੀਬਿਲਟੀ ਸੀ +2 ਮੈਡੀਕਲ ਔਰ ਨਾਨ ਮੈਡੀਕਲ ਦੀ ਜੀ। ਉਹ ਸ਼ੁਰੂ ਹੋ ਗਿਆ ਜੀ, ਯੂਨੀਵਰਸਿਟੀ ਦੀ ਐਡ ਆ ਗਈ। ਮੈਨੂੰ ਕਮਿਊਨੀਕੇਸ਼ਨ ਸੈਂਟਰ ਦੇ ਵਿੱਚੋਂ ਕੋਈ ਇੱਦਾਂ ਹੀ ਮੈਨੂੰ ਪਤਾ ਲੱਗਿਆ ਜੀ ਵੀ 50 ਜਾਂ 60 ਪ੍ਰੋਸਪੈਕਟਸ ਵਿਕੇ ਸਿਰਫ। ਅੱਛਾ। ਮੈਨੂੰ ਬੜਾ ਦੁੱਖ ਜਿਹਾ ਲੱਗਿਆ। ਮੈਂ ਖਾਣਾ ਖਾ ਕੇ ਕਮਰੇ 'ਚ ਆ ਗਿਆ, ਉਹ ਵੀ ਲੇਟ ਗਿਆ, ਉਹ ਵੀ ਇੱਕ ਅੱਧਾ ਗਾਣਾ ਜਿਹਾ ਸੁਣਿਆ ਜੀ। ਪਤਾ ਨਹੀਂ ਮੈਨੂੰ ਕੀ ਹੋਇਆ ਜੀ, ਮੈਂ ਉੱਠਿਆ। ਅੱਛਾ। ਮੈਂ ਉਹਦੇ ਵਿੱਚ ਲਿਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪੇਂਡੂ ਵਿਦਿਆਰਥੀਆਂ ਲਈ ਸ਼ਲਾਘਾਯੋਗ ਕਦਮ, ਟਾਈਟਲ ਲਿਖ ਲਿਆ ਜੀ। ਅੱਛਾ। ਮੈਂ ਹੁਣ ਫਿਰ ਮੈਂ ਸੋਚਿਆ ਲਿਖਾਂ ਕੀ।
ਚਲੋ ਜੀ ਮਾਈਂਡ ਦੇ ਵਿੱਚ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਮੇਰਾ ਚੱਲਦਾ ਰਿਹਾ। ਮੈਂ ਸੌਂ ਗਿਆ ਜੀ, ਰਾਤੀ 12-1 ਵਜੇ ਜਾ ਖੁੱਲ੍ਹੇਗੀ ਮੇਰੀ। ਨੈਚੁਰਲੀ ਤੁਹਾਡਾ ਸਬਕੌਂਸ਼ੀਅਸ ਮਾਈਂਡ ਆ ਨਾ, ਕਿਹੜਾ ਸਾਇੰਟਿਸਟ ਕਹਿੰਦੇ ਬਹੁਤ ਸਟਰੋਂਗ ਆ ਐਜ਼ ਕੰਪੇਅਰ ਟੂ ਕੌਨਸ਼ੀਅਸ ਮਾਈਂਡ। ਕੌਨਸ਼ੀਅਸ ਮਾਈਂਡ ਤਾਂ ਤੁਹਾਡਾ ਸੈਲਫਿਸ਼ ਮਾਈਂਡ ਹੁੰਦਾ ਨਾ, ਬਟ ਕਿਹੜਾ ਸਬਕੌਂਸ਼ੀਅਸ ਮਾਈਂਡ ਆ ਇਹ ਰੈਸ਼ਨਲ ਮਾਈਂਡ ਹੁੰਦਾ। ਮੈਂ 12-1 ਵਜੇ ਉੱਠ ਖੜਿਆ ਜੀ, ਮੈਂ ਫਿਰ ਚੱਕ ਲਿਆ ਕਾਪੀ ਪੈਨ। ਅੱਛਾ। ਮੈਂ ਚ ਸ਼ੁਰੂ ਕੀਤਾ ਵੀ ਡਾਕਟਰ ਰੰਧਾਵਾ ਦੀ ਕਿਹੜੀ ਸੋਚ ਸੀਗੀ ਨਾ ਜੀ, ਉਹ ਕਹਿੰਦੇ ਹੁੰਦੇ ਸੀਗੇ ਵੀ ਜੇ ਕਿਸੇ ਦੇ 2 ਬੱਚੇ ਆ ਨਾ ਜੀ ਪਿੰਡ ਦੇ ਵਿੱਚ, ਇੱਕ ਬੱਚੇ ਨੂੰ ਉਹਨੂੰ ਐਗਰੀਕਲਚਰ ਕਰੇ, ਇੱਕ ਬੱਚੇ ਨੂੰ ਯੂਨੀਵਰਸਿਟੀ ਵੀ ਭੇਜਣ, ਵੀ ਐਗਰੀਕਲਚਰ ਐਜੂਕੇਸ਼ਨ 2 ਬੱਚੇ ਹੋਣ ਚਾਹੇ ਕਿ ਕੁਛ ਵੀ ਹੋਵੇ, ਵੀ ਪਰਿਵਾਰ ਨੂੰ ਐਗਰੀਕਲਚਰ ਐਜੂਕੇਸ਼ਨ ਜ਼ਰੂਰ ਲੈਣੀ ਚਾਹੀਦੀ ਆ ਪ੍ਰੋਗਰੈਸ ਕਰਨ ਲਈ। ਮੈਂ ਇੱਦਾਂ ਦਾ ਕੁਛ ਲਿਖਿਆ ਜੀ, ਲਿਖ ਲੁੱਖ ਕੇ ਮੈਂ ਬਣਾਤਾ। ਫਿਰ ਉਸ ਤੋਂ ਬਾਅਦ ਇੱਕ ਪੈਰਾ ਬਣਾ ਕੇ ਜੀ ਰੰਧਾਵਾ ਸਾਹਿਬ ਦੀ ਸੋਚ ਤੋਂ ਉਹ ਤੋਂ ਬਾਅਦ ਮੈਂ ਸ਼ੁਰੂ ਹੋ ਗਿਆ ਵੀ ਸਾਨੂੰ ਤਾਂ ਵੀ ਬੱਚੇ ਐਗਰੀਕਲਚਰ ਐਜੂਕੇਸ਼ਨ 'ਚ ਪੜ੍ਹਾਉਣੇ ਚਾਹੀਦੇ, ਕਿਉਂਕਿ ਸਾਡੀ ਅਗਰੇਨੀਅਨ ਐਗਰੀਕਲਚਰ ਬੇਸਡ ਸਟੇਟ ਆ ਜੀ। ਸਾਡੀ ਐਗਰੀਕਲਚਰ ਐਜੂਕੇਸ਼ਨ ਨਹੀਂ ਅਸੀਂ ਪ੍ਰਮੋਟ ਕਰਾਂਗੇ ਤਾਂ ਸਾਡੀ ਪ੍ਰੋਗਰੈਸ ਰੁਕ ਜਾਏਗੀ, ਹੈ ਨਾ ਜੀ। ਤੇ ਵੀ ਇੱਕ ਦੇਖੋ, ਇੱਕ ਬੰਦਾ USA ਤੋਂ ਆ ਕੇ ਇੱਥੇ ਵਾਈਸ ਚਾਂਸਲਰ ਲੱਗਿਆ, ਇੱਕ ਬੰਦਾ ਕੈਨੇਡੀਅਨ ਯੂਨੀਵਰਸਿਟੀ 'ਚ PhD ਕਰਕੇ ਇੱਥੇ ਡੀਨ ਲੱਗਿਆ, ਹੈ ਨਾ। ਉਹ ਕਿੰਨੇ ਵਿਜ਼ਨਰੀ ਲੋਕ ਹੋਣਗੇ। ਵੀ ਮੈਨੂੰ ਪਤਾ ਨਹੀਂ ਕਿ ਇੱਕ ਪਰਮਾਤਮਾ ਵੱਲੋਂ ਆਮਦ ਹੋਈ ਸੀ ਜੀ ਰੀਅਲੀ। ਮੈਨੂੰ ਨਹੀਂ ਪਤਾ ਮੈਂ 'ਚ ਕੀ ਲਿਖਿਆ, ਕਿਵੇਂ ਲਿਖਿਆ। ਮੈਂ ਜੋ 700-800 ਵਰਡਸ ਦਾ ਨਾ ਲਿਖ ਕੇ ਅਜੀਤ ਨੂੰ ਭੇਜਤਾ ਜੀ, ਟਾਈਪ ਕਰਾ ਕੇ 3 ਨੰਬਰ ਗੇਟ ਤੋਂ। ਮੇਰੇ ਕੋਲ ਕੰਪਿਊਟਰ ਨਹੀਂ ਸੀ ਹੁੰਦਾ ਤੇ ਜੀ ਉਹ ਸੰਡੇ ਲੱਗ ਗਿਆ ਜੀ। ਅੱਛਾ। ਸੰਡੇ ਲੱਗ ਗਿਆ ਤੇ ਮੈਨੂੰ ਬੇਤਹਾਸ਼ਾ ਫੋਨ ਆਏ ਜੀ। ਅੱਛਾ। ਮੈਂ ਕਿਹਾ ਵੀ ਇੰਨਾ ਲੋਕ ਪੜ੍ਹਦੇ ਹੈਗੇ। ਹਾਂ। ਤੇ ਜੀ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਮੰਡੇ ਨਾ ਜੀ ਕਿੱਥੇ ਪ੍ਰੋਸਪੈਕਟ ਵਿਕਦੇ ਸੀਗੇ, ਉੱਥੇ ਜੀ ਲੰਬੀਆਂ ਲਾਈਨਾਂ ਲੱਗੀਆਂ। ਲੋਕਾਂ ਨੇ ਅਖਬਾਰ ਦਿਖਾਉਣਾ ਵੀ ਆਹ ਜੋ ਲਿਖਿਆ ਸਾਨੂੰ ਇਹ ਦੇ ਦਿਓ। ਅੱਛਾ। ਉਹ ਇੱਕੋ ਦਿਨ ਦੇ ਵਿੱਚ ਮੈਨੂੰ ਈਵਨ ਇੱਕ ਕੰਗ ਸਾਹਿਬ ਦੀ ਵਰਡ ਸੀ BC ਸਾਹਿਬ ਦੀ, ਕਹਿੰਦੇ 800 ਫਾਰਮ ਇਕੱਲੇ ਮੰਡੇ ਵਿਕਿਆ। ਤੇ ਹਾਲਾਂਕਿ ਯੂਨੀਵਰਸਿਟੀ ਆਪਣੇ ਲੈਵਲ ਤੇ ਬਹੁਤ ਕੁਝ ਕਰ ਰਹੀ ਸੀਗੀ, ਪਰ ਇੱਕ ਸ਼ਬਦਾਂ ਦੀ ਕਿਤੇ ਤੁਸੀਂ ਗੱਲ ਕੀਤੀ ਵੀ ਲਿਖਤ ਦਾ ਕੀ ਇੰਪੋਰਟੈਂਸ ਹੈ ਨਾ। ਅਲਟੀਮੇਟਲੀ ਜੀ ਚਲੋ ਮੈਨੂੰ ਜੀ ਡਾਕਟਰ ਮਿਲਖਾ ਸਿੰਘ ਔਲਖ ਡੀਨ ਸੀਗੇ, ਉਹਨਾਂ ਨੇ ਨਾ ਜੀ ਮੈਨੂੰ ਬੁਲਾਇਆ ਆਫਿਸ 'ਚ। ਅੱਛਾ। ਮੈਂ ਡਰ ਗਿਆ, ਮੈਂ ਖਿਆਲ ਵੀ ਝਿੜਕਾਂ ਪੈਣਗੀਆਂ ਵੀ ਪਤਾ ਨਹੀਂ ਕੀ ਹੋ, ਵੀ ਤੂੰ ਜੋ ਆ ਗਿਆ ਛੋਟਾ ਜਿਹਾ ਹੈਗਾ ਵੀ ਤੂੰ ਕੀ ਅਖਬਾਰਾਂ 'ਚ ਲਿਖਣ ਲੱਗਿਆ ਹੈ। ਤੇ ਉਹਨਾਂ ਨੇ ਨਾ ਜੀ ਮੈਨੂੰ ਜੱਫੀ 'ਚ ਲੈ ਲਿਆ। ਅੱਛਾ। ਤੇ ਮੈਨੂੰ ਕਹਿੰਦੇ ਸਵੇਰੇ ਮੈਂ ਘਰ ਪੜ੍ਹ ਲਿਆ ਸੀ, ਕਹਿੰਦੇ ਆ ਕੇ ਕਹਿੰਦੇ ਮੈਂ ਆਫਿਸ ਕਟਾ ਕੇ ਨਾ ਉਹਨਾਂ ਨੇ ਆਪਣੇ ਟੇਬਲ ਦੇ ਉੱਪਰ ਰੱਖਿਆ ਹੋਇਆ ਜੀ ਉਹ ਆਰਟੀਕਲ। ਕਹਿੰਦੇ ਮੈਂ ਬਾਕੀਆਂ ਨੂੰ ਵੀ ਦਿਖਾਉਣਾ ਵੀ ਆਪਣਾ ਸਟੂਡੈਂਟ ਦੀ ਕੰਟਰੀਬਿਊਸ਼ਨ ਦੇਖੋ। ਇੱਕ ਸਟੂਡੈਂਟ MSc ਸਟੂਡੈਂਟ ਆ ਜਾਂ PhD ਸਟੂਡੈਂਟ ਆ, ਠੀਕ ਹੈ ਜੀ। ਉਹਨਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਜੀ। ਤੇ ਫਿਰ ਮੇਰੀ ਉਹਨਾਂ ਨੇ ਉਹ ਵੀ ਦੇਖੀ, ਪਰਫਾਰਮੈਂਸ ਵੀ ਦੇਖੀ, ਤਾਂ ਹੀ ਵਾਜ਼ ਵੈਰੀ ਹੈਪੀ। ਅਲਟੀਮੇਟਲੀ ਜੀ ਸ਼ਾਮ ਨੂੰ ਨੈਚੁਰਲੀ ਵਾਈਸ ਚਾਂਸਲਰ ਕੋਲੇ ਰਿਪੋਰਟ ਜਾਂਦੀ ਆ ਵੀ ਕਦੋਂ ਉਹਨਾਂ ਦਾ ਕੋਈ ਵੀ ਡ੍ਰੀਮ ਪ੍ਰੋਜੈਕਟ ਹੋਵੇ ਤਾਂ ਨੈਚੁਰਲੀ ਕਿਹੜੇ ਸਾਡੇ ਆਫਿਸਰਸ ਆ ਤਾਂ ਹੈ ਨਾ ਜੀ, ਤੇ ਉਹ ਕਰਦੇ ਕਰਾਉਂਦੇ ਜੀ VC ਸਾਹਿਬ ਕੋਲੇ ਵੀ ਉਹ ਫਾਈਲ ਪਹੁੰਚ ਗਈ ਜਾਂ ਜੋ ਵੀ ਸੀ ਉਹਨਾਂ ਕੋਲੇ ਇਨਫੋਰਮੇਸ਼ਨ ਪਹੁੰਚ ਗਈ। ਮੈਨੂੰ ਉੱਥੋਂ PA ਦਾ ਫੋਨ ਆਇਆ ਜੀ ਵਾਈਸ ਚਾਂਸਲਰ ਆਫਿਸ 'ਚੋਂ ਵੀ ਡਾਕਟਰ ਸਾਹਿਬ ਨੂੰ ਮਿਲ ਆ ਕੇ। ਤੇ ਜੀ ਮੈਂ 5:15 ਵਜੇ ਆ ਜਾਓ ਤੁਸੀਂ। ਚਲੋ ਉਹਨਾਂ ਦੇ ਮੈਨੂੰ ਲੱਗਦਾ ਜੀ ਆਫਿਸ ਕੰਮ ਹੋ ਗਿਆ ਸੀ ਸਾਰਾ ਆਫੀਸ਼ੀਅਲੀ। ਤੇ ਜੀ ਉਹਨਾਂ ਨੇ ਮੈਨੂੰ ਬੜਾ ਆਸ਼ੀਰਵਾਦ ਦਿੱਤਾ ਜੀ। ਮੈਨੂੰ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ, ਬੇਟੇ ਲਿਖਣਾ ਨਾ ਛੱਡੀ। ਅੱਛਾ। ਤੇ ਜੀ ਮੈਂ ਕਿਹਾ ਵੀ ਮੇਰੇ 500-700 ਸ਼ਬਦ ਲਿਖਣ ਨਾਲ ਵੀ ਇੱਕ ਪਿੰਡ ਜੇ ਦਾ ਮੁੰਡਾ ਹੈ ਨਾ, ਕੋਈ ਜਾਣਦਾ ਨਹੀਂ ਕੋਈ ਪਹਿਚਾਣਦਾ ਨਹੀਂ, ਤਾਂ ਵੀ ਮੈਨੂੰ ਇੱਕ ਵਾਈਸ ਚਾਂਸਲਰ ਉਹ ਵੀ PAO ਵਰਗੇ ਡਾਕਟਰ ਕੰਗ ਵਰਗੇ ਐਡੀ ਵੱਡੀ ਪਰਸਨੈਲਿਟੀ ਨੇ ਸ਼ਾਬਾਸ਼ੀ ਦਿੱਤੀ ਆ, ਤਾਂ ਮੈਨੂੰ ਲੱਗਿਆ ਵੀ ਲਿਖਣਾ ਚਾਹੀਦਾ ਮੈਨੂੰ। ਫਿਰ ਮੈਨੂੰ ਜੀ ਲੋਕਾਂ ਨਾਲ ਬੜਾ ਰਾਬਤਾ ਹੋਇਆ, ਫਿਰ ਮੇਰਾ ਇੰਟਰਸਟ ਹੋਇਆ ਬੜਾ ਵੀ ਮੈਂ ਪਿੰਡਾਂ ਤੋਂ ਬੱਚੇ ਕੱਢ ਕੇ ਲਿਆਵਾਂ। ਅੱਛਾ। ਫਿਰ ਮੈਂ ਜੀ ਕੋਸ਼ਿਸ਼ ਕੀਤੀ, ਕਦੋਂ ਮੈਂ ਪਿੰਡ ਜਾਂਦਾ, ਸਕੂਲਾਂ 'ਚ ਜਾਂਦਾ, ਜਾਂ ਮੈਂ ਕਿੰਨੇ ਵੀ ਸਕੂਲ ਟੀਚਰਸ ਨੂੰ ਜਾਣਦਾ, ਉਹਨਾਂ ਨੂੰ ਮੋਟੀਵੇਟ ਕਰਦਾ ਵੀ ਯਾਰ ਬੱਚਿਆਂ ਨੂੰ ਤੁਸੀਂ ਇੱਦਾਂ, ਸਾਡੇ ਬੱਚਿਆਂ ਨੂੰ ਨਹੀਂ ਪਤਾ, ਕਰੋ ਤੁਸੀਂ ਉਹਨਾਂ ਨੂੰ ਮੋਟੀਵੇਟ ਕਰੋ, ਜਾਂ ਤੁਸੀਂ ਉਹਨਾਂ ਨੂੰ ਕਿਸੇ ਤਰੀਕੇ ਯੂਨੀਵਰਸਿਟੀ 'ਚ ਟੂਰ ਲੈ ਕੇ ਆਓ, ਉਹਨਾਂ ਨੂੰ ਦਿਖਾਓ ਇੱਥੋਂ ਦਾ ਮਾਹੌਲ, ਹੈ ਨਾ ਜੀ, ਜਾਂ ਉਹਨਾਂ ਨੂੰ ਕੋਈ ਲਾਈਵ ਐਗਜ਼ਾਮਪਲਸ ਦਿਓ। ਚਲੋ ਨਹੀਂ ਹੋ, ਫਿਰ ਮੈਂ ਸਾਡੇ ਪਿੰਡਾਂ 'ਚ ਤਕਰੀਬਨ 100 ਬੱਚਾ ਲੈ ਕੇ ਆਇਆ ਜੀ। ਇੱਕ ਮੈਂ ਐਗਜ਼ਾਮਪਲ ਸ਼ੇਅਰ ਕਰਨੀ ਚਾਹੂੰਗਾ ਜੀ ਵੀ ਸਾਡੇ ਪਿੰਡ ਦਾ ਮੁੰਡਾ ਸੀਗਾ ਤੇ ਉਹਦੇ ਫਾਦਰ ਵੀ ਟੈਕਸੀ ਚਲਾਉਂਦੇ ਆ ਜੀ। ਮੁੰਡਾ ਬੜਾ ਅੱਛਾ ਸੀਗਾ, ਮੈਂ ਪਿੰਡ ਗਿਆ, ਮਿਲਾਇਆ। ਚਲੋ ਜੀ ਹੁਣ ਮੈਂ ਯੂਨੀਵਰਸਿਟੀ ਲਿਆ ਆਇਆ ਇੱਥੇ। No, he has done masters in US and doing PhD in Toronto University with big amount of fellowship.
ਐਂਡ ਆਈ ਥਿੰਕ ਹੀ ਇਜ਼ ਗੈਟਿੰਗ $2,000 ਪਰ ਮੰਥ, ਔਰ ਉਹਦੀ ਟਿਊਸ਼ਨ ਫੀਸ ਵੇਵਰ। ਇੱਦਾਂ ਦੇ ਬਹੁਤ ਬੱਚੇ ਆ। ਔਰ ਤੁਸੀਂ ਇਹ ਦੇਖੋ ਜੀ ਕਿੰਨੇ ਉਹ ਸਾਡੇ ਮਾਨਸਾ ਵਾਲੇ ਬੱਚੇ ਆਏ, ਆਮ ਘਰਾਂ ਦੇ ਬੱਚੇ, ਉਹ ਇੱਥੇ ਆਲਰਾਊਂਡਰ ਸਟੂਡੈਂਟ ਰਹੇ ਜੀ, ਗ੍ਰੇਡ ਪੁਆਇੰਟ 'ਚ ਵੀ, ਸਪੋਰਟਸ 'ਚ ਵੀ, ਕੁਝ ਥੀਏਟਰ 'ਚ ਵੀ। ਔਰ ਇੱਕ ਬੱਚਾ ਤਾਂ ਜੀ ਸਾਡਾ US ਦੇ ਵਿੱਚ US ਯੂਨੀਵਰਸਿਟੀ ਦੇ ਵਿੱਚ ਬੈਸਟ ਸਟੂਡੈਂਟ ਰਿਹਾ, ਪਿੰਡ ਦਾ ਮੁੰਡਾ, ਮਾਨਸਾ ਦਾ ਮੁੰਡਾ। ਤਾਂ ਇਹ ਮੈਨੂੰ ਲੱਗਦਾ ਵੀ ਫਿਰ ਇੱਥੋਂ ਮੈਨੂੰ ਮੋਟੀਵੇਸ਼ਨ ਹੋਈ ਵੀ ਮੈਨੂੰ, ਫਿਰ ਮੈਂ ਛੱਡ ਗਿਆ ਸੀ ਕਈ ਵਾਰੀ ਲਿਖਣਾ, ਕੁਛ ਤੁਹਾਨੂੰ ਪਤਾ ਕਈ ਵਾਰੀ ਕੋਈ ਆਫੀਸ਼ੀਅਲੀ ਕਹਿਣ ਲੱਗ ਜਾਂਦਾ ਜਾਂ, ਪਰ ਮੈਨੂੰ ਕਦੇ ਇਹੋ ਜਿਹਾ ਨਹੀਂ ਪ੍ਰੋਬਲਮ ਆਈ। ਪਰ ਮੇਰੇ ਆਪਣੇ ਰੁਝੇਵੇਂ ਹੋ ਜਾਣ ਜਾਂ ਹੋਰ ਹੋ ਜਾਣ, ਪਰ ਇਹ ਹੁੰਦਾ ਮੇਰਾ ਨੈਚੁਰਲ ਹੈ ਜੀ। ਮੈਂ ਕਦੇ ਵੀ ਜੇ ਤੁਸੀਂ ਮੈਨੂੰ ਕਹੋ ਵੀ ਹੁਣ ਲਿਖ ਦੇ ਕੁਛ, ਮੈਂ ਨਹੀਂ ਲਿਖ, ਮੈਂ ਹੋ ਸਕਦਾ ਲਾਈਨ ਵੀ ਨਾ ਲਿਖਾਂ, ਪਰ ਕਦੋਂ ਮੇਰਾ ਮਾਈਂਡ ਦੇ ਵਿੱਚ ਕੁਛ ਆ ਗਿਆ ਤਾਂ ਫਿਰ ਇਹ ਨਹੀਂ ਪਤਾ ਮੈਂ 10 20 25 30 ਪੇਜ ਲਿਖ ਦਿਆਂ ਜੀ। ਸਰ ਤੁਸੀਂ ਜ਼ਿਆਦਾਤਰ ਅਜਿਹੀਆਂ ਲਿਖਤਾਂ ਲਿਖੀਆਂ ਨੇ ਜੋ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਨੇ। ਤੁਸੀਂ ਖੁਸ਼ੀ ਦੀ ਗੱਲ ਕਰਦੇ ਆ, ਤੁਸੀਂ ਆਪਣੱਤ ਦੀ ਗੱਲ ਕਰਦੇ ਆ, ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਜ਼ਿੰਦਗੀ ਦਾ ਫਲਸਫਾ ਹੈ ਤੁਹਾਡੀਆਂ ਲਿਖਤਾਂ ਦੇ ਵਿੱਚ। ਜ਼ਿਆਦਾਤਰ ਇਹ ਲਿਖਤਾਂ ਲਿਖਣ ਦਾ ਕਾਰਨ ਕੀ ਹੈ? ਐਕਚੁਅਲੀ ਮੈਡਮ ਮੇਰਾ ਨਿੱਜੀ ਤੌਰ 'ਤੇ ਨਾ ਇਹ ਲੱਗਦਾ ਵੀ ਸਾਡੇ 'ਚ ਜਿਹੜੀ ਮਨੁੱਖਤਾ ਦੇ ਵਿੱਚ ਨਾ ਸੈਲਫਿਸ਼ਨੈਸ ਜ਼ਿਆਦਾ ਆ ਰਹੀ ਆ, ਹੈ ਨਾ ਜੀ। ਸੈਲਫਿਸ਼ਨੈਸ ਆਉਣ ਨਾਲ ਕੀ ਆ, ਉਹਦੇ ਨਾਲ ਡਿਪਰੈਸ਼ਨ ਵੱਧ ਰਿਹਾ, ਇੱਕ ਕਿਨਸ਼ਿਪ ਖਤਮ ਹੋ ਰਹੀ ਆ। ਤਾਂ ਮੈਂ ਹੀ ਸੋਚਿਆ ਸੀਗਾ ਵੀ ਜੋ ਮੈਂ ਲਿਖੂੰਗਾ ਨਾ ਮੋਟੀਵੇਸ਼ਨਲ ਲਿਖੂੰਗਾ, ਜਿਹਦੇ ਜੇ ਮੇਰਾ ਕੋਈ ਪੜ੍ਹੇਗਾ ਤਾਂ ਉਹਨੂੰ ਇਹ ਲੱਗੇਗਾ ਵੀ ਇਹ ਤਾਂ ਮੇਰੀ ਸਟੋਰੀ ਆ, ਵੀ ਉਹਦੇ 'ਚ ਕੁਛ ਨਾ ਕੁਛ ਆਪਣਾਪਨ ਹੋਵੇ, ਉਹਦੇ 'ਚ ਇਹ ਲੱਗੇ ਵੀ ਯਾਰ ਮੈਂ ਜੋ ਮੇਰੇ ਪੜ੍ਹਨ 'ਤੇ 10 ਮਿੰਟ ਆਪਦੇ ਵੇਸਟ ਕਰੇ ਤਾਂ ਉਹਨੂੰ ਲੱਗੇ ਯਾਰ ਮੈਨੂੰ ਕੁਛ ਮਿਲਿਆ। ਮੇਰੀ ਇਹ ਸੋਚ ਆ ਵੀ ਉਹਨੂੰ ਇਹ ਲੱਗੇ ਵੀ ਜ਼ਿੰਦਗੀ 'ਚ ਯਾਰ ਮੈਂ ਵੀ ਕੁਛ ਕਰ ਸਕਦਾ। ਹਾਲਾਂਕਿ ਲਿਖਣ ਨੂੰ ਤਾਂ ਬਹੁਤ ਕੁਛ ਪਿਆ ਜੀ, ਬਹੁਤ ਕੁਛ ਲਿਖਿਆ ਜਾ ਸਕਦਾ ਗਾ, ਪਰ ਮੈਂ ਹਮੇਸ਼ਾ ਹੀ ਬੇਸ ਇਹ ਹੁੰਦਾ ਵੀ ਜੇ someone reads your article then he or she will get motivated। ਬਹੁਤ ਵਧੀਆ ਸਰ, ਹਰ ਇੱਕ ਲਿਖਤ ਦੇ ਨਾਲ ਨਾ ਕੋਈ ਯਾਦ ਜੁੜੀ ਹੁੰਦੀ ਹੈ, ਤੇ ਤੁਸੀਂ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਨੇ, ਹਰ ਇੱਕ ਲਿਖਤ ਦੇ ਨਾਲ ਤੁਹਾਡੀਆਂ ਵੀ ਯਾਦਾਂ ਜੁੜੀਆਂ ਹੋਣਗੀਆਂ। ਕੋਈ ਖਾਸ ਲਿਖਤ ਦੀ ਗੱਲ ਕਰੋ ਜੋ ਤੁਹਾਡੇ ਬੇਹੱਦ ਕਰੀਬ ਹੈ, ਜਿਸ ਦੇ ਨਾਲ ਇਸ ਤਰ੍ਹਾਂ ਦੀਆਂ ਯਾਦਾਂ ਜੁੜੀਆਂ ਨੇ ਕਿ ਤੁਸੀਂ ਜਦੋਂ ਇਕੱਲੇ ਹੁੰਦੇ ਹੋ, ਸੋਚਦੇ ਹੋ ਤਾਂ ਮੁਸਕਰਾ ਪੈਂਦੇ ਹੋ, ਜਾਂ ਤੁਹਾਡੇ ਦਿਲ ਨੂੰ ਇੱਕ ਸਕੂਨ ਮਿਲਦਾ ਹੈ। ਦੇਖੋ ਬਹੁਤ ਸਾਰੀਆਂ ਹੁੰਦੀਆਂ ਨੇ, ਹਰ ਇੱਕ ਛੋਟੀ ਛੋਟੀ ਗੱਲ ਆ ਜਿਹੜੀ ਉਹ ਤੁਹਾਡੇ ਲਈ ਕਿਸੇ ਲਈ ਹੋ ਸਕਦਾ ਉਹ ਨਾ ਮੈਟਰ ਕਰਦੀ ਹੋਵੇ, ਪਰ ਤੁਹਾਡੀ ਲਾਈਫ 'ਤੇ ਉਹਦਾ ਡਾਇਰੈਕਟਲੀ ਔਰ ਇਨਡਾਇਰੈਕਟਲੀ ਔਰ ਪੋਜ਼ੀਟਿਵਲੀ ਔਰ ਨੈਗੇਟਿਵਲੀ ਬਹੁਤ ਇੰਪੈਕਟ ਹੁੰਦਾ ਜੀ, ਹੈ ਨਾ ਜੀ। ਕਿਸੇ ਨੇ ਤੁਹਾਨੂੰ ਸਪੋਜ਼ ਕਰ ਲਓ ਤੁਸੀਂ ਕਿਸੇ ਦੇ ਘਰ ਗਏ ਹੋ, ਤੁਹਾਨੂੰ ਨੇ ਬਾਹਾਂ ਖੋਲ੍ਹ ਕੇ ਉੱਚੀ ਆਵਾਜ਼ ਕਿਹਾ ਵੈਲਕਮ ਪੁੱਤਰਾ, ਤਾਂ ਤੁਹਾਡਾ ਇੱਕ ਔਰਾ ਚੇਂਜ ਹੋ ਜਾਊਗਾ ਵੀ ਉਹਦੇ 'ਚ ਤੁਹਾਡੀ ਆਪਣਾਪਨ ਆ ਜਾਊ। ਇੱਕ ਹੁਣ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਹਾਂਜੀ ਬੇਟਾ ਕਿੱਦਾਂ ਆਏ, ਕੀ ਕੰਮ ਸੀ, ਰਹੋਗੇ ਜਾਓਗੇ, ਤਾਂ ਤੁਹਾਡੀਆਂ ਉਹ ਵਾਈਬ੍ਰੇਸ਼ਨਸ ਆ ਨਾ ਕਿਹੜੀਆਂ, ਉਹ ਤੁਹਾਡੇ ਸ਼ਬਦਾਂ ਤੋਂ ਪਹਿਲਾਂ ਹੀ ਆ ਜਾਂਦੀਆਂ ਨੇ, ਹੈ ਨਾ ਜੀ। ਮੈਨੂੰ ਇਹ ਲੱਗਦਾ ਵੀ ਮੈਂ ਨਾ ਆਈ ਐਮ ਹਾਈਲੀ ਬਲੈਸਡ ਪਰਸਨ। ਮੈਂ ਤਾਂ ਕਹਿੰਦਾ ਵੀ ਮੈਂ ਤਾਂ ਰੱਬ ਦਾ ਲਾਡਲਾ ਬੇਟਾ, ਹੈ ਨਾ ਜੀ। ਵੀ ਮੇਰੇ ਲਈ ਇੰਨੀਆਂ ਦੁਆਵਾਂ। ਮੈਂ ਪਿੱਛੇ ਜੀ ਇੱਕ ਮੇਰਾ ਆਰਟੀਕਲ ਆਇਆ ਜੀ, ਇੱਕ ਸਾਡੇ ਮਾਨਸਾ ਡਿਸਟ੍ਰਿਕਟ ਦੀ ਸੀਗੇ ਓਲਡ ਲੇਡੀ ਜੀ, US ਸੈਟਲ ਨੇ। ਮੈਨੂੰ ਉਹਨਾਂ ਦਾ ਫੋਨ ਆਇਆ ਜੀ, ਕਿਦੋਂ ਉਹਨਾਂ ਨੇ ਦੱਸਿਆ ਬੇਟੇ ਮੈਂ ਬਹੁਤ ਏਜਡ ਹਾਂ, ਹੈ ਨਾ। ਮੈਂ ਆਂਟੀ ਕਹਿਤਾ। ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਲੜੇ, ਬੇਟੇ ਮੈਂ ਆਂਟੀ ਨਹੀਂ, ਮੈਂ ਤੇਰੀ ਭੂਆ ਜੀ, ਹੈ ਨਾ। ਵੀ ਉਹ ਮੈਨੂੰ 15 ਮਿੰਟ ਅਸੀਸਾਂ ਹੀ ਦਿੰਦੇ ਰਹੇ, ਕਹਿੰਦੇ ਵੀ ਮੇਰੀ ਸਟੋਰੀ ਤਾਂ ਐਂ ਲੱਗਦਾ ਵੀ ਇਹ ਤੂੰ ਮੇਰੀ ਸਟੋਰੀ ਚੋਰੀ ਕੀਤੀ ਆ, ਹੈ ਨਾ ਜੀ। ਹਾਲਾਂਕਿ ਵੀ ਮੈਨੂੰ ਲੱਗਦਾ ਜੇ ਵੀ ਪਲੈਜ਼ਰਿਜ਼ਮ ਲਾਈਏ ਤਾਂ ਮੇਰਾ 0 ਹੋਊਗਾ, ਕਿਉਂ ਇੱਕ ਇਹ ਹੁੰਦਾ ਗਾ ਅੱਜ ਕੱਲ੍ਹ ਹਰ ਕੋਈ ਲਿਟਰੇਚਰ ਦੇ ਵਿੱਚ ਨਾ ਜੀ ਕੋਈ ਵੀ ਲਿਖਦਾ ਇਹ ਉਹਦੇ 'ਤੇ ਇਹ ਲਾਇਆ ਜਾਂਦਾ ਵੀ ਉੱਥੋਂ ਪੜ੍ਹ ਲਿਆ, ਉੱਥੋਂ ਲਿਖ ਲਿਆ, ਤਾਂ ਕਰਕੇ ਮੈਂ ਇੱਦਾਂ ਦੇ ਲਿਖਦਾ ਵੀ ਕਿਹਦੇ 'ਚ ਕਦੇ ਕਿਹੜਾ ਸਬਜੈਕਟ ਕਿਸੇ ਨੇ ਨਹੀਂ ਲਿਖਿਆ, ਮੈਂ ਤਾਂ ਸਿਰਫ ਆਪਣੀ ਹੱਡਬੀਤੀ ਲਿਖਦਾ, ਜਾਂ ਮੇਰੇ ਨਾਲ ਕੀ ਕੁਛ ਹੈਪਨਿੰਗਸ ਹੋਈਆਂ। ਮੈਂ ਜ਼ਿਆਦਾ ਪੋਜ਼ੀਟਿਵ ਲਿਖਦਾ ਜੀ, ਨੈਗੇਟਿਵ ਬਹੁਤ ਨੇਗੀਆਂ ਪਰ ਮੈਂ ਅਵੋਇਡ ਕਰਦਾ, ਹੈ ਨਾ। ਕਿਵੇਂ ਕੁਛ ਪਰਸਨੈਲਿਟੀਜ਼ ਨੇ, ਤੁਹਾਡੇ ਚੁੰਡੀਆਂ ਵੱਢਣ ਵਾਲੀਆਂ ਆਦਤਾਂ ਹੁੰਦੀਆਂ ਨੇ, ਜਾਂ ਕਿਸੇ ਨੇ ਕੁਛ ਕਿਹਾ ਉਹ ਨਹੀਂ ਤੁਹਾਡੇ ਜ਼ਹਿਨ 'ਚ ਹੁੰਦੀਆਂ ਨੇ। ਉਹ ਕਹਿੰਦੇ ਹੁੰਦੇ ਆ ਵੀ ਚੰਗੇ ਸ਼ਬਦ ਤਾਂ ਭੁੱਲ ਜਾਂਦੇ ਨੇ, ਪਰ ਮਾੜੇ ਕਹੇ ਦੇ ਸ਼ਬਦ ਉਹ ਸਾਰੀ ਉਮਰ ਤੁਹਾਡੇ ਯਾਦ ਰਹਿੰਦੇ ਆ। ਪਰ ਮੈਂ ਉਹਨੂੰ ਲੈਟ ਗੋ ਕਰ ਦਿੰਦਾ ਜੀ। ਉਹ ਹੁਣ ਮੈਂ ਆਪਦੀ ਪਤਾ ਨਹੀਂ, ਉਹ ਮੈਂ ਕੁਛ ਇੱਦਾਂ ਦੀਆਂ ਮੋਟੀਵੇਸ਼ਨਲ ਬਹੁਤ ਸੁਣਦਾ ਜੀ, ਕਦੋਂ ਮੈਂ ਇਕੱਲਾ ਹੋਵਾਂ ਜਾਂ ਸਫ਼ਰ ਕਰਦਾ ਹੋਵਾਂ ਤਾਂ ਕੋਈ TEDx ਬੜੀਆਂ ਅੱਛੀਆਂ ਟਾਕਸ ਹੁੰਦੀਆਂ ਨੇ, ਜਾਂ ਆਪਣੇ ਪੰਜਾਬੀ ਦੀਆਂ ਵੀ ਕਾਫੀ ਆਉਂਦੀਆਂ ਨੇ, ਜਾਂ ਬੁੱਕਸ ਵੀ ਮੈਂ
ਕਦੋਂ ਵੀ ਮੇਰੇ ਕੋਲ ਟਾਈਮ ਹੋਵੇ, ਚਾਹੇ 1 ਪੇਜ 2 ਪੇਜ ਕੁਛ ਵੀ ਆ, ਜਾਂ ਕਈ ਵਾਰੀ ਹੋਰ ਤੁਹਾਨੂੰ ਐਗਜ਼ਾਮਪਲ ਦੱਸਦਾ। ਮੈਂ ਇੱਕ ਵਾਰੀ ਨਾ ਜੀ ਉੱਥੇ ਗਿਆ, ਪਿੰਡ ਜਾ ਰਿਹਾ ਸੀਗਾ ਮੈਂ, ਬੱਸ 'ਚ ਚੜ੍ਹਿਆ ਆਰਤੀ ਚੌਂਕ 'ਚੋਂ ਬਰਨਾਲੇ ਵਾਲੀ ਬੱਸ ਦੇ ਵਿੱਚ। ਕਿਸੇ ਨੇ ਨਾ ਜੀ ਉਹ ਮੂੰਗਫਲੀ ਖਾ ਕੇ ਨਾ ਲਿਫਾਫਾ ਸੀਟ 'ਤੇ ਸੁੱਟਿਆ ਹੋਇਆ ਸੀ, ਉਹਦਾ ਨਿਊਜ਼ਪੇਪਰ ਦਾ। ਮੇਰੀ ਪਤਾ ਨਹੀਂ ਕੀ ਇਹ ਆਦਤ ਆ ਜੀ ਵੀ ਮੈਂ ਚੱਕ ਕੇ ਉਹਨੂੰ ਪੜ੍ਹਨ ਲੱਗ ਜਾਂਦਾ। ਮੈਂ ਪੜ੍ਹਿਆ ਜੀ, ਉਹਦੇ ਉੱਤੇ ਨਾ ਸਿਰਫ ਇੱਕ ਕਲਰਡ ਉਹ ਲਿਖਿਆ ਹੋਇਆ ਸੀਗਾ ਵੀ ਕਦੋਂ, ਉਹ ਉਦੋਂ ਦੀ ਗੱਲ ਆ ਜੀ ਕਦੋਂ ਬਾਰਕ ਓਬਾਮਾ ਨਾ ਐਂਟਰ ਹੋਇਆ ਸੀਗਾ ਵਾਈਟ ਹਾਊਸ ਦੇ ਵਿੱਚ ਨਾ, ਤਾਂ ਮਿਸਿਸ ਓਬਾਮਾ ਤੇ ਉਹਨਾਂ ਦੀ ਦੋਨੇ ਬੇਟੀਆਂ ਨੇ ਵਾਈਟ ਹਾਊਸ ਦੇ ਵਿੱਚ ਇੱਕ ਉਹਨਾਂ ਨੇ ਕੱਚੀ ਜਗ੍ਹਾ ਬਣਾਈ ਜੀ। ਉਹਨਾਂ ਨੇ ਉੱਥੇ ਵੈਜੀਟੇਬਲ ਗਰੋ ਕਰਨੀਆਂ ਸ਼ੁਰੂ ਕਰਤੀਆਂ, ਹੈ ਨਾ ਜੀ। ਤੇ ਉਹਨਾਂ ਦਾ ਸਿਰਫ ਏਮ ਕੀ ਸੀਗਾ ਵੀ ਜਸਟ ਪ੍ਰਮੋਟ ਕਿਚਨ ਗਾਰਡਨਿੰਗ, ਐਂਡ ਪਰ ਇਕੱਲਾ ਕਿਚਨ ਗਾਰਡਨਿੰਗ ਨਹੀਂ ਸੀਗਾ, ਉਹਨਾਂ ਦਾ ਮੇਨ ਮਕਸਦ ਸੀਗਾ ਲੋਕਾਂ ਨੂੰ ਉਹਦੇ ਨਾਲ ਜੋੜਨਾ, ਤਾਂ ਜੋ ਦੇ ਵਿਲ ਬੀ ਫਿਜ਼ੀਕਲੀ ਔਰ ਮੈਂਟਲੀ ਫਿਟ, ਹੈ ਨਾ ਜੀ। ਉਹਦੇ ਪਿੱਛੇ ਬਹੁਤ ਵੱਡੀ ਸੀ। ਦੇਖੋ ਕਿਹੜੇ ਹੁਣ US ਪ੍ਰੈਜ਼ੀਡੈਂਟ ਦੀ ਵਾਈਫ ਹੋਊਗੀ, ਉਹ ਛੋਟੀ ਗੱਲ ਪਿੱਛੇ ਤਾਂ ਕਰੂਗੀ ਨਹੀਂ, ਹੈ ਨਾ। ਉਹਦਾ ਇੰਪੈਕਟ ਇੱਕ ਗਲੋਬਲ ਹੋਏਗਾ। ਮੈਨੂੰ ਸਿਰਫ ਇੰਨਾ ਟਾਈਟਲ ਪਤਾ ਲੱਗਿਆ ਜੀ, ਮੈਨੂੰ ਤਾਂ ਨੀਂਦ ਨਾ ਆਵੇ ਜੀ ਹੈ। ਤੇ ਬੀਇੰਗ ਏ ਹਾਰਟੀਕਲਚਰ ਸਟੂਡੈਂਟ ਮੈਂ ਜੀ ਪਿੰਡ ਨਾਲ ਦੂਸਰੇ ਦਿਨ ਗਿਆ, ਤੇ ਮੈਂ ਫਰਾਈਡੇ ਗਿਆ ਤੇ ਜੀ ਮੈਂ ਸੈਟਰਡੇ ਸ਼ਾਮ ਨੂੰ ਵਾਪਸ ਆ ਗਿਆ। ਮੈਂ ਸੈਟਰਡੇ ਰਾਤ ਨੂੰ ਲਿਖਿਆ ਜੀ, ਤੇ ਜੀ ਉਹ ਮੈਂ ਲਿਖ ਕੇ ਅਜੀਤ ਨੂੰ ਭੇਜਿਆ ਜੀ। ਅਜੀਤ ਨੇ ਸੰਡੇ ਲੱਗਿਆ ਜੀ। ਔਰ ਉਹ ਮੈਂ ਜੀ ਇੰਨੇ ਫੋਨ ਕਾਲਸ। ਫਿਰ ਉਹਨਾਂ ਦੀ ਬੇਟੀ ਆ ਹਮਦਰਦ ਸਾਹਿਬ ਦੀ, ਮਿਸ ਗੁਰਜੋਤ ਕੌਰ, ਉਹਨਾਂ ਦਾ ਨਾ ਮੈਨੂੰ ਸਪੈਸ਼ਲ ਫੋਨ ਆਇਆ, ਕਹਿੰਦੇ ਵੀ ਯੂਰ ਆਰਟੀਕਲ ਇਜ਼ ਵੈਰੀ ਰੇਅਰ ਟਾਈਪ ਆਫ ਥਿੰਗਸ, ਹੈ ਨਾ, ਵੀ ਕਿਹੜਾ ਤੁਸੀਂ ਕੋਰਿਲੇਸ਼ਨ ਬਣਾਇਆ, ਅਦਰਵਾਈਜ਼ ਵੀ ਇੱਦਾਂ ਤਾਂ ਲਿਖਦੇ ਹੀ ਰਹਿੰਦੇ ਆ, ਬਟ ਵੀ ਇਟਸ ਏ ਰੇਅਰ ਕੰਬੀਨੇਸ਼ਨ ਵੀ ਤੁਸੀਂ ਇੱਕ ਮਿਸ਼ੇਲ ਓਬਾਮਾ ਨੂੰ ਲੈ ਕੇ ਵੀ ਸਾਡੀ ਲੇਡੀਜ਼ ਨੂੰ ਵੀ ਪ੍ਰਮੋਟ ਕਰਤਾ, ਵੀ ਐਲੀਟ ਕਲਾਸ ਕਿਹੜੀ ਹੁੰਦੀ ਆ ਵੀ ਉਹਨਾਂ ਨੂੰ ਪ੍ਰਮੋਟ ਇਹ ਚੀਜ਼ਾਂ ਨੂੰ ਫੋਲੋ ਕਰਦੀ ਆ, ਹੈ ਨਾ। ਕਿਵੇਂ ਵੀ ਉਹ ਕਿਸੇ ਐਕਟਰਸ ਨੇ ਆ ਕਹਿਤਾ ਜਾਂ ਕਿਸੇ ਸੈਲੀਬ੍ਰਿਟੀ ਨੇ ਕਹਿਤਾ, ਤਾਂ ਉਹ ਲੋਕਾਂ 'ਤੇ ਸਾਈਕੋਲੋਜੀਕਲ ਇੰਪੈਕਟ ਪੈਂਦਾ। ਅਤੇ ਉਹ ਬੜਾ ਮੈਨੂੰ ਮੋਟੀਵੇਟ ਕੀਤਾ, ਕਹਿੰਦੇ ਵੀ ਤੁਸੀਂ ਸਾਨੂੰ ਇਹੋ ਜਿਹੇ ਲਿਖਿਆ ਕਰੋ। ਫਿਰ ਮੈਂ ਇੱਕ ਸੀ ਮਿਸ ਮਿਲਰ ਸੀ ਜੀ, UK ਆਈ ਥਿੰਕ ਹਾਲੀਵੁੱਡ ਐਕਟਰਸ ਆ, ਕਿਤੇ ਮੈਨੂੰ ਉਹਦਾ ਪਤਾ ਲੱਗਾ। ਫਿਰ ਮੈਂ ਉਹਦੇ 'ਤੇ ਇੱਕ ਆਰਟੀਕਲ ਲਿਖਿਆ ਜੀ। ਉਹਨਾਂ ਨੇ ਕੀ ਕੀਤਾ ਜੀ, ਉਹ ਇੰਨੀ ਫੈਡ ਅਪ ਹੋ ਗਈ ਸੀ ਆਪਣੀਆਂ ਕਿਹੜੀਆਂ ਪਾਰਟੀਜ਼ ਤੋਂ, ਕਿਹੜੀਆਂ ਹਾਲੀਵੁੱਡ ਦੀਆਂ ਪਾਰਟੀਜ਼ ਹੁੰਦੀਆਂ ਨੇ, ਹੈ ਨਾ ਜੀ। ਫਿਰ ਉਹਨਾਂ ਨੇ ਕੀ ਕੀਤਾ ਵੀ ਉਹ ਆਪਣੇ ਡਿਪਰੈਸ਼ਨ ਨੂੰ ਜਾਂ ਮੈਂਟਲ ਹੈਲਥ ਨੂੰ ਮੇਨਟੇਨ ਕਰਨ ਲਈ ਨਾ ਜੀ ਲੰਡਨ ਦੇ ਆਊਟਸਕਰਟ ਦੇ ਵਿੱਚ ਇੱਕ ਫਾਰਮ ਹਾਊਸ ਬਣਾਇਆ, ਉੱਥੇ ਉਹਨਾਂ ਵੈਜੀਟੇਬਲਸ ਗਰੋ ਕਰਨੀਆਂ ਸ਼ੁਰੂ ਕਰਤੀਆਂ। ਮੈਂ ਉਹਨੂੰ ਬਣਾ ਕੇ ਜੀ ਲਿਖਿਆ, ਤਾਂ ਮੈਨੂੰ ਈਵਨ ਕੁਛ ਕੁ ਉਦੋਂ ADGP ਪਤਾ, ਹੁਣ ਮੇਰੇ ਯਾਦ ਨਹੀਂ, ਬਹੁਤ ਸਾਲਾਂ ਦੀ ਗੱਲ ਹੈ ਨਾ ਜੀ, ਉਹਨਾਂ ਦਾ ਫੋਨ ਆਇਆ ਤੇ ਵੀ ਸਾਨੂੰ ਬੜਾ ਵਧੀਆ ਆਈਡੀਆ ਮਿਲਿਆ, ਜਿਹੜੀਆਂ ਸਾਡੇ ਕੋਲ ਲੇਡੀਜ਼ ਨੇ ਉਹਨਾਂ ਦੀ ਅਸੀਂ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਇਹਦੇ ਨਾਲ ਮੇਨਟੇਨ ਕਰ ਸਕਦੇ ਹਾਂ ਪਲਾਂਟਸ ਨਾਲ। ਤਾਂ ਇੱਦਾਂ ਦੀ ਮੈਨੂੰ ਮੋਟੀਵੇਸ਼ਨਲ ਬੜੀਆਂ ਮਿਲਦੇ ਰਹੇ ਜੀ ਫੀਡਬੈਕਸ। ਤਾਂ ਫਿਰ ਉਹ ਲਿਖਦੇ ਗਏ, ਕਦੇ 1 ਲਿਖ ਲਿਆ ਸਾਲ 'ਚ, ਕਦੇ 2 ਲਿਖ ਲਏ ਕਦੇ। ਪਰ ਹੁਣ ਮੈਂ ਲੋਕਡਾਊਨ ਕਿਹੜਾ ਕਰੋਨਾ ਮੇਰੇ ਲਈ ਨਾ ਜੀ ਇੱਕ ਵਰਦਾਨ ਹੋਇਆ। ਤੇ ਦੇਖੋ ਐਵਰੀਬਾਡੀ ਵਾਜ਼ ਇਨ ਡਿਪਰੈਸ਼ਨ, ਹੈ ਨਾ ਜੀ। ਦੇਖੋ ਹਰ ਕੋਈ ਸੀ, ਬੱਚੇ ਤੋਂ ਲੈ ਕੇ ਉੱਪਰ ਤੱਕ। ਪਰ ਮੈਂ ਸੋਚਿਆ ਵੀ ਮੈਂ ਉਸ ਸਟੇਜ 'ਚ ਨਹੀਂ ਜਾਣਾ, ਕਿਉਂ ਸਾਡੇ ਕੁੰਡੇ ਲੱਗੇ, ਹੈ ਨਾ ਜੀ, ਬਾਹਰ ਨਹੀਂ ਜਾਣਾ। ਮੇਰੇ ਵਰਗਾ ਤਾਂ ਉਹੀ ਕਿਸੇ 5-4 ਨਾਲ ਗੱਲ ਨਾ ਕਰੇ ਤਾਂ ਉਹੀ ਡਿਪਰੈਸ਼ਨ 'ਚ ਹੋ ਜਾਂਦੇ ਆ ਜੀ, ਹੈ ਨਾ, ਜਿਹੜੇ ਸੈਂਸਿਟਿਵ ਬੰਦੇ ਹੁੰਦੇ ਆ। ਫਿਰ ਮੈਂ ਲਿਖਣਾ ਸ਼ੁਰੂ ਕੀਤਾ, ਫਿਰ ਮੈਂ ਜੀ ਡੇਲੀ ਇੱਕ ਲਿਖਦਾ ਕਰਾਂ। ਇਹ ਕਿਹੜੇ ਮੇਰੇ ਹੁਣ ਤੱਕ ਛਪੀ ਜਾਂਦੇ ਨਾ ਜੀ, ਇਹ ਸਾਰੇ ਲਾਕਡਾਊਨ ਦਾ ਪ੍ਰੋਡਕਟ ਆ ਜੀ। ਤੇ ਮੇਰੇ ਕੋਲ ਟਾਈਮ ਦੇਖੋ 24 ਘੰਟੇ ਸੀ। ਆਪਣਾ ਸਾਇੰਟੀਫਿਕ ਮੇਰੇ ਬੜੇ ਅੱਛੇ ਰਾਈਟਿੰਗ ਕੀਤੀਆਂ ਜੀ, ਹੈ ਨਾ ਜੀ। ਜੋ ਮੇਰਾ ਰਿਸਰਚ ਦਾ ਕੰਮ ਸੀ ਉਹ ਬੜੇ ਅੱਛੇ ਪਬਲਿਸ਼ ਹੋਇਆ। ਨੈਚੁਰਲੀ ਆਪਣੇ ਸਬਕੌਂਸ਼ੀਅਸ ਮਾਈਂਡ 'ਚ ਪਾਉਂਦਾ ਸੀ ਵੀ ਆਪਣੇ ਨਾਲ ਉਦੋਂ ਕੀ ਹੋਇਆ ਸੀ ਯਾਰ, ਕਿੱਦਾਂ ਦਾ ਹੁੰਦਾ ਸੀ ਮੈਂ, ਕੀ ਹੁੰਦਾ ਸੀ। ਦੈਨ ਮੈਂ ਐਜ਼ ਸੱਚ ਜੀ ਉਹਨੂੰ ਵਰਡਸ ਲਿਖਦਾ ਸੀ। ਮੈਂ ਉਹਦੇ 'ਚ ਕੋਈ ਤੜਕਾ ਨਹੀਂ ਸੀ ਲਾਉਂਦਾ ਕਿਸੇ ਚੀਜ਼ ਦਾ, ਜੋ ਨੈਚੁਰਲ ਹੁੰਦਾ ਸੀ ਤਾਂ ਮੈਂ ਨੈਚੁਰਲੀ ਕਰਦਾ ਸੀਗਾ। ਜੇ ਮੈਂ ਉਹਦੇ 'ਚ ਲਿਖਿਆ ਵੀ ਮੇਰਾ ਦਿਲ ਧੱਕ ਕਰਦਾ ਸੀ, ਉੱਤੋਂ ਢਿੱਡ ਭੁੱਖਾ, ਤੇ ਪਰ ਲੱਗਦਾ ਸੀ ਵੀ ਕਾਇਨਾਤ ਮੇਰੇ ਨਾਲ ਆ ਪੂਰੀ, ਤਾਂ ਉਹ ਸੱਚਾਈ ਸੀ ਜੀ, ਉਹ ਮੇਰੀ ਪੋਜ਼ੀਟਿਵਨੈਸ ਸੀ। ਮੈਂ ਐਜ਼ ਸੱਚ ਹੀ ਲਿਖਿਆ, ਹੈ ਨਾ ਜੀ। ਜੇ ਮੈਂ ਉਹ ਆਰਟੀਕਲ ਦੇ ਵਿੱਚ ਲਿਖਿਆ ਵੀ ਮੈਂ ਡੋਲੂ ਵਾਂਗੂ ਸਿਰ ਹਿਲਾਇਆ, ਉਹ ਵਾਕਈ ਹਿਲਾਇਆ ਸੀਗਾ ਜੀ। ਕਿਉਂ ਉਹ ਹੈ ਨਾ ਵੀ ਐ ਨਹੀਂ ਵੀ ਇੱਕ ਤਾਂ ਹੁੰਦਾ ਹਾਂਜੀ ਸਰ ਜੈਸ ਸਰ, ਮੈਂ ਡੋਲੂ ਵਾਂਗੂ ਸਿਰ ਹੀ ਹਿਲਾਇਆ ਸੀਗਾ ਵੀ ਹਾਂਜੀ ਸਰ, ਵੀ ਮੈਨੂੰ ਹੋ ਗਿਆ ਸੀ ਵੀ ਐਡਮਿਸ਼ਨ ਮਿਲ ਜੂਗੀ। ਤਾਂ ਉਹ ਮੇਰੀ ਸ਼ਾਇਦ ਲੈਂਗੁਏਜ ਪੇਂਡੂ ਆ ਜਾਂ ਪਤਾ ਨਹੀਂ ਵੀ, ਪਰ ਇਟਸ ਮਾਈ ਨੈਚੁਰਲ
ਮੈਂ ਨਹੀਂ ਕਹਿੰਦਾ ਵੀ ਮੈਂ ਪੰਜਾਬੀ 10ਵੀਂ ਤੱਕ ਹੀ ਪੜ੍ਹਿਆ ਜੀ, ਕੋਈ ਮੈਂ ਨਹੀਂ ਸਪੈਸੀਫਿਕ ਨਹੀਂ ਪੜ੍ਹਿਆ। ਉਹ ਵੀ ਮੈਨੂੰ ਹੁਣ ਇੰਨੀਆਂ ਕੁ ਫੋਨ ਕਾਲਸ ਆਉਂਦੇ ਆ ਤਾਂ ਮੈਨੂੰ ਇੰਨੀਆਂ ਕੁ ਦੁਆਵਾਂ, ਇੰਨੀਆਂ ਕੁ ਅਸੀਸਾਂ ਮਿਲਦੀਆਂ ਨੇ, ਮੈਨੂੰ ਬੜਾ ਚੰਗਾ ਲੱਗਦਾ ਜੀ। ਉਹ ਬਹੁਤ ਮੈਨੂੰ ਲੱਗਦਾ ਵੀ ਦੇਖੋ ਅੱਜ ਕੱਲ੍ਹ ਅਸੀਸ ਦੇਣੀ ਬਹੁਤ ਵੱਡੀ ਗੱਲ ਆ। ਮੈਂ ਬਹੁਤ ਵੱਡਾ ਵਰਦਾਨ, ਮੈਂ ਰੱਬ 'ਚ ਬਹੁਤ ਵਿਸ਼ਵਾਸ ਕਰਦਾ ਜੀ, ਪਰ ਕਿਹੜੀ ਮੈਨੂੰ ਲੱਗਦਾ ਵੀ ਰੱਬ ਦੀਆਂ ਕਿਸੇ ਬਜ਼ੁਰਗ ਦੀਆਂ ਜਾਂ ਕਿਸੇ ਵੀ ਬੰਦੇ ਦੀਆਂ ਤੁਹਾਨੂੰ ਦੁਆਵਾਂ ਮਿਲਦੀਆਂ ਨੇ ਨਾ ਜੀ, ਉਹ ਬਹੁਤ ਇੰਪੋਰਟੈਂਟ ਆ। ਇਹ ਮੇਰੀ ਹਾਂਜੀ ਕਿਸੇ ਦੀ ਦੁਆ ਲੈਣਾ, ਉਹ ਮੈਨੂੰ ਬਹੁਤ ਮਿਲਦੀਆਂ ਜੀ। ਵੀ ਇੰਨੇ ਬਾਹਰੋਂ ਅੰਦਰੋਂ ਦੁਆਵਾਂ, ਕਈ ਕੋਈ ਮਿਲਣ ਵੀ ਆਉਂਦੇ ਆ ਜੀ, ਜਾਂ ਕਹਿੰਦੇ ਵੀ ਅਸੀਂ ਵੀ ਸਾਨੂੰ ਤੂੰ ਇੱਥੇ ਆਇਆ ਤਾਂ ਮਿਲ ਕੇ ਜਾਈ, ਤਾਂ ਫਿਰ ਬੜਾ ਚੰਗਾ ਲੱਗਦਾ ਜੀ। ਤਾਂ ਫਿਰ ਮੈਨੂੰ ਲੱਗਦਾ ਮੇਰੀ ਰੂਹ ਦੀ ਖੁਰਾਕ ਆ ਜੀ, ਜੋ ਮੇਰੀ ਨੇਚਰ ਸੀ, ਤਾਂ ਉਹ ਮੈਨੂੰ ਲੱਗਦਾ ਮੈਨੂੰ ਹੁਣ ਉਹਦੀ ਆਊਟਕਮ ਮਿਲ ਰਹੀ ਹੈ ਜੀ। ਜਿਵੇਂ ਤੁਸੀਂ ਦੱਸਿਆ ਕਿ ਜ਼ਿਆਦਾਤਰ ਤੁਹਾਡੀਆਂ ਲਿਖਤਾਂ ਜਿਹੜੀਆਂ ਨਿੱਜੀ ਅਨੁਭਵਾਂ 'ਚੋਂ ਨਿਕਲੀਆਂ ਹੈ, ਸ਼ਾਇਦ ਇਹੀ ਕਾਰਨ ਹੈ ਕਿ ਤੁਹਾਡੀਆਂ ਲਿਖਤਾਂ ਵਿੱਚ ਸੱਚਾਈ ਹੁੰਦੀ ਹੈ, ਕੋਈ ਬਨਾਵਟੀਪਨ ਨਹੀਂ ਹੁੰਦਾ, ਕੋਈ ਜਿਵੇਂ ਤੁਸੀਂ ਕਿ ਕੋਈ ਤੜਕਾ ਨਹੀਂ ਲਗਾਇਆ ਜਾਂਦਾ, ਬਸ ਜੋ ਦਿਲ ਦੇ ਭਾਵ ਹੁੰਦੇ ਆ ਤੁਸੀਂ ਸ਼ਬਦਾਂ ਵਿੱਚ ਪਿਰੋ ਕੇ ਉਹ ਲਿਖ ਦਿੰਦੇ ਹੋ। ਵਾਕਈ ਹੀ ਦੋਸਤੋ ਕਿ ਦਿਲ ਤਾਂ ਕਰਦਾ ਹੈ ਗੱਲਾਂ ਕਰੀ ਜਾਈਏ, ਕਿਉਂਕਿ ਸਰ ਦੀਆਂ ਲਿਖਤਾਂ ਜੇ ਤੁਸੀਂ ਪੜ੍ਹੋਗੇ ਨਾ ਤਾਂ ਇੱਕ ਲਿਖਤ ਦੇ ਉੱਤੇ ਇੱਕ ਐਪੀਸੋਡ ਬਣ ਸਕਦਾ ਹੈ, ਪਰ ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ। ਜਾਂਦੇ ਜਾਂਦੇ ਸਰ ਤੁਸੀਂ ਆਪਣੀ ਲਿਖਤਾਂ ਬਾਰੇ ਹੋਰ ਕੁਝ ਕਹਿਣਾ ਚਾਹੋਗੇ ਤਾਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਇੱਕ ਵਾਰੀ ਨਾ ਜੀ ਮੈਨੂੰ ਇੱਕ 70-80 ਸਾਲ ਦੇ ਬਜ਼ੁਰਗ ਦਾ ਫੋਨ ਆਇਆ ਜੀ। ਅੱਛਾ। ਵੀ ਬੇਟੇ ਮੇਰਾ ਨਾ ਪੋਤਾ, ਵੀ ਉਹਨੇ ਨਾ 10ਵੀਂ ਕਰ ਲਈ। ਅੱਛਾ। ਅੱਜ ਤੂੰ ਅਖਬਾਰ 'ਚ ਕੁਛ ਲਿਖਿਆ ਹੈਗਾ, ਇਹ ਉਹਨੂੰ ਮਿਲ ਜੂਗੀ? ਅੱਛਾ। ਤੇ ਮੈਂ ਕਿਹਾ ਵੀ ਬਾਬਾ ਜੀ ਮਿਲ ਜੂਗੀ, ਕੋਈ ਐਡੀ ਗੱਲ ਨਹੀਂ। ਮੈਂ ਕਿਹਾ ਕੰਪੀਟੀਸ਼ਨ ਹੁੰਦਾ ਕਿ ਮਿਲ ਜੂਗੀ। ਮੈਨੂੰ ਫਿਰ ਜੀ ਉਹ ਕਿਦੋਂ ਕਾਉਂਸਲਿੰਗ ਸੀ ਨਾ ਜੀ, 4:15 ਵਜੇ ਫੋਨ ਆ ਗਿਆ ਸਵੇਰੇ। ਕਹਿੰਦਾ ਬੇਟਾ ਜੀ ਤੁਹਾਡੇ ਲਿਖੇ ਹੋਏ ਨਾ ਸ਼ਬਦਾਂ ਤੇ ਫੁੱਲ ਚੜਾਉਣ ਲਈ ਆ ਗਿਆ। ਅੱਛਾ। ਤੇ ਮੈਂ ਨਾ ਲਿਟਰਲੀ ਮੇਰੇ ਹੰਝੂ ਆ ਗਏ ਜੀ। ਤੇ ਐਦਾਂ ਦੇ ਹੋਰ ਬੜੇ ਇਨਸੀਡੈਂਟ ਆ, ਤਾਂ ਪਰ ਮੇਰੇ ਲਿਟਰਲੀ ਉਦੋਂ ਹੰਝੂ ਆ ਗਏ ਜੀ। ਬਾਬੇ ਦੇ ਸ਼ਬਦਾਂ ਨੇ ਨਾ ਜੀ ਮੇਰੇ ਵੀ ਦਿਲ ਦਿਮਾਗ ਤੇ ਇੱਕ ਛਾਪ ਛੱਡੀ। ਤਾਂ ਮੈਂ ਰੀਅਲੀ ਵੀ ਮੇਰੇ ਕੋਲ ਸ਼ਬਦ ਨਹੀਂ ਵੀ ਮੈਂ ਕੀ ਕਹਾਂ। ਮੈਨੂੰ ਕਰੋਨਾ ਤੇ ਇੱਕ ਆਰਟੀਕਲ ਲਿਖਿਆ, ਉਹ ਪੰਜਾਬੀ ਟ੍ਰਿਬਿਊਨ 'ਚ ਐਡੀਟੋਰੀਅਲ ਪੇਜ 'ਤੇ ਛਪਿਆ ਸੀਗਾ, ਆਪਣਿਆਂ ਤੋਂ ਆਪਣਿਆਂ ਦੀ ਦੂਰੀ। ਅੱਛਾ। ਉਹਦੇ ਵਿੱਚ ਚਲੋ ਮੈਂ ਸਾਇੰਸ, ਸੋਸ਼ੀਓਲੋਜੀ, ਸਾਈਕੋਲੋਜੀ ਤੇ ਕੁਝ ਹੋਰ ਆਸਪੈਕਟ ਲੈ ਕੇ ਨਾ ਜੀ, ਕਿਹੜੇ ਮਾਡਰਨ ਬਾਇਓਟੈਕਨੋਲੋਜੀ ਨੂੰ ਲੈ ਕੇ ਲਿਖਿਆ ਸੀਗਾ ਜੀ। ਉਹਦੇ 'ਚ ਮੈਂ ਲਿਖਿਆ ਸੀਗਾ ਵੀ ਅੱਜ ਕੱਲ੍ਹ ਕਿਹੜੀ ਲੇਟੈਸਟ ਬਾਇਓਟੈਕਨੋਲੋਜੀ ਦੀ ਟੈਕਨੀਕ ਚੱਲ ਰਹੀ ਆ, ਜੀਨ ਐਡੀਟਿੰਗ ਤੇ ਜੀਨੋਮ ਐਡੀਟਿੰਗ ਵਰਲਡ ਲੈਵਲ 'ਤੇ ਜੀ। ਮੈਂ ਲਿਖਿਆ ਸੀਗਾ ਵੀ ਅਸੀਂ ਉਹਦੇ ਨਾਲ ਸਾਇੰਸ ਨਾਲ ਚੀਜ਼ਾਂ ਦੇ ਕਰੈਕਟਰ ਕਰ ਸਕਦੇ ਹਾਂ ਚੇਂਜ, ਪਰ ਕਿਹੜਾ ਮਨੁੱਖਤਾ ਦਾ ਸੁਭਾਅ ਜੀ ਤੇ ਨੇਚਰ ਆ, ਉਹ ਕਦੇ ਵੀ ਕਿਸੇ ਸਾਇੰਸ ਨਾਲ ਚੇਂਜ ਨਹੀਂ ਕੀਤਾ ਜਾ ਸਕਦਾ। ਉਹ ਸਾਨੂੰ ਕਿੱਥੋਂ ਮਿਲਦਾ? ਸਾਡੇ ਆਲੇ ਦੁਆਲੇ ਤੋਂ, ਸਾਡੇ ਇਹ ਕਹਿ ਦਈਏ ਵੀ ਬਚਪਨ ਤੋਂ, ਸਾਡੇ ਮਾਂ ਪਿਓ ਤੋਂ, ਸਾਡੇ ਪਾਲਣ ਪੋਸ਼ਣ ਤੋਂ, ਸਾਡੇ ਸਲਾਹਕਾਰਾਂ ਤੋਂ, ਕਿਹੋ ਜਿਹੇ ਮਾਹੌਲ 'ਚ ਅਸੀਂ ਰਹੇ ਹਾਂ, ਹੈ ਨਾ। ਇਹ ਚੀਜ਼ ਮੈਨੂੰ ਲੱਗਦਾ ਵੀ ਬੜਾ ਉਹ ਕਿਹੜੇ ਹੁਣ ਥੋੜ੍ਹੇ ਜਿਹੇ ਸਾਇੰਟੀਫਿਕ ਮਾਈਂਡ ਵਾਲੇ ਬੰਦੇ ਸੀਗੇ, ਤਾਂ ਮੈਨੂੰ ਉਹਨਾਂ ਦੇ ਬੜੇ ਅੱਛੇ ਕਮੈਂਟ ਆਏ ਜੀ ਵੀ ਯਾਰ ਆਹ ਕਿਵੇਂ ਤੂੰ ਜੀਨ ਐਡੀਟਿੰਗ ਨੂੰ ਕਰੋਨਾ ਤੇ ਸੋਸ਼ੀਓਲੋਜੀ ਨਾਲ ਜੋੜਿਆ। ਤਾਂ ਮੈਨੂੰ ਚੰਗਾ ਲੱਗਿਆ ਵੀ ਕਿਦੋਂ ਸਾਇੰਸ ਵਾਲੇ ਬੰਦੇ ਕੋਲੇ ਨਾ ਜੀ ਸ਼ਬਦਾਵਲੀ ਬਹੁਤ ਹੁੰਦੀ ਆ, ਸ਼ਬਦਾਵਲੀ ਔਰ ਉਹਦਾ ਦਾਇਰਾ ਬਹੁਤ ਵੱਡਾ ਹੁੰਦਾ। ਕਿਦੋਂ ਸਾਇੰਸ ਵਾਲਾ ਬੰਦਾ ਲਿਖਣ ਮੈਨੂੰ ਨਾ ਉਹਦੇ ਕੋਲ ਬਹੁਤ ਕੁਛ ਹੁੰਦਾ। ਇਹ ਮੇਰਾ ਮੰਨਣਾ ਜੀ। ਵਾਕਈ ਹੀ ਦੋਸਤੋ ਜਜ਼ਬਾਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਹੀ ਕਹਿ ਦਿੱਤਾ ਜਾਂਦਾ ਹੈ ਕਿ ਜਿਨ੍ਹਾਂ ਦੇ ਦਿਲਾਂ 'ਚ ਜਜ਼ਬਾਤ ਨਹੀਂ ਹੁੰਦੇ ਉਹ ਜਿੰਦੀਆਂ ਲਾਸ਼ਾਂ ਹੀ ਹੁੰਦੀਆਂ ਨੇ। ਇਸ ਲਈ ਜਿੰਦੇ ਰਹਿਣ ਦੇ ਲਈ ਰੂਹ ਦੀ ਖੁਰਾਕ ਜ਼ਰੂਰੀ ਹੈ, ਰੂਹ ਦੀ ਖੁਰਾਕ ਦੇ ਲਈ ਸਾਡਾ ਜਜ਼ਬਾਤੀ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਿੰਦਗੀ ਨੂੰ ਪਿਆਰ ਕਰਦੇ ਰਹੋ, ਹਰ ਹਾਲ ਦੇ ਵਿੱਚ ਪਿਆਰ ਕਰਦੇ ਰਹੋ, ਕਿਉਂਕਿ ਇਹ ਦੁਬਾਰਾ ਕਦੇ ਵੀ ਨਹੀਂ ਮਿਲਣੀ। ਅੱਜ ਦੇ ਐਪੀਸੋਡ ਵਿੱਚ ਇੰਨਾ ਹੀ, ਫਿਰ ਮਿਲਾਂਗੇ। ਧੰਨਵਾਦ। ਮੈਂ ਡਾਕਟਰ ਜਸਪਾਲ ਸਿੰਘ, ਅਸਿਸਟੈਂਟ ਪ੍ਰੋਫੈਸਰ ਇਨ ਫਿਜ਼ਿਕਸ, ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ, ਬਹੁਤ ਹੀ ਅਦਬ ਤੇ ਸਤਿਕਾਰ ਦੇ ਨਾਲ ਆਪ ਜੀ ਨਾਲ ਇਹ ਸਾਂਝਾ ਕਰਦਿਆਂ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਮਾਨਸਾ ਦੇ ਮਾਣ ਅਤੇ ਪੰਜਾਬੀ ਕਲਮਾਂ ਦੇ ਵਿੱਚ ਹੌਸਲਾ ਰੂਪੀ ਲਿਖਤਾਂ ਲਿਖਣ ਵਾਲੇ ਡਾਕਟਰ ਹੀਰਾ ਸਿੰਘ ਜੀ ਭੋਪਾਲ, ਅਸਿਸਟੈਂਟ ਪ੍ਰੋਫੈਸਰ ਇਨ ਵੈਜੀਟੇਬਲ ਸਾਇੰਸਸ, PAU ਲੁਧਿਆਣਾ, ਦਿਨ ਬ ਦਿਨ ਸਮਾਜ ਅਤੇ ਪਾਠਕਾਂ ਦੀ ਝੋਲੀ ਅਜਿਹਾ ਸਾਹਿਤ, ਅਜਿਹੀਆਂ ਲਿਖਤਾਂ ਪਾ ਰਹੇ ਹਨ ਜਿਨ੍ਹਾਂ ਨੂੰ ਪੜ੍ਹਦਿਆਂ
ਇੱਕ ਬਿਮਾਰ ਇਨਸਾਨ ਵੀ ਤੰਦਰੁਸਤ ਹੋਣ ਦੀ ਉਮੀਦ ਰੱਖ ਸਕਦਾ ਹੈ। ਮੈਂ ਖੁਦ ਵਿਗਿਆਨ ਦੇ ਵਿਸ਼ੇ ਨਾਲ ਸੰਬੰਧਿਤ ਹਾਂ, ਮੇਰਾ ਵਿਸ਼ਾ ਫਿਜ਼ਿਕਸ ਹੈ। ਮੈਂ ਮਹਿਸੂਸ ਕਰ ਸਕਦਾ ਕਿ ਵਿਗਿਆਨ ਦਾ ਵਿਸ਼ੇ ਦੀ ਜਿਹੜੀ ਜਟਿਲਤਾ ਹੈ ਉਸ ਨੂੰ ਡਾਕਟਰ ਹੀਰਾ ਜੀ ਕਿੰਨੀ ਉਤਪਤੀ, ਕਿੰਨੇ ਸਰਲ ਅਤੇ ਕਿੰਨੇ ਦਿਲਚਸਪ ਤਰੀਕੇ ਦੇ ਨਾਲ ਲਿਖਣ ਦੀ ਸਮਰੱਥਾ ਰੱਖਦੇ ਹਨ। ਉਹਨਾਂ ਦੀਆਂ ਲਿਖਤਾਂ ਦੇ ਵਿੱਚ ਜਿੱਥੇ ਵਿਗਿਆਨਕ ਡੂੰਘਾਈ ਹੁੰਦੀ ਹੈ, ਉਸ ਦੇ ਨਾਲ ਹੀ ਸਾਹਿਤਕ ਰੁਚੀ, ਰੋਮਾਂਸ, ਰੌਚਕਤਾ, ਦਿਲਚਸਪੀ ਅਤੇ ਇੱਕ ਉਮੰਗ ਛੁਪੀ ਹੁੰਦੀ ਹੈ। ਡਾਕਟਰ ਹੀਰਾ ਜੀ ਦੀਆਂ ਲਿਖਤਾਂ ਨੂੰ ਪੜ੍ਹਦਿਆਂ ਕੋਈ ਵੀ ਪਾਠਕ ਅੰਬਰਾਂ ਦੇ ਵਿੱਚ ਉੱਡਣ ਲੱਗਦਾ ਹੈ। ਉਸ ਦੀ ਜੋ ਸੋਚ ਹੈ, ਉਸ ਦਾ ਜੋ ਮਨ ਹੈ, ਜੋ ਉਸ ਦੇ ਖਿਆਲ ਨੇ, ਜੋ ਉਸ ਦੇ ਵਿਚਾਰਾਂ ਦਾ ਸੰਗ੍ਰਹਿ ਹੈ, ਉਹ ਸਰੀਰ ਦੇ ਵਿੱਚ ਉੱਠ ਕੇ ਅੰਬਰਾਂ ਦੇ ਵਿੱਚ ਉੱਡਦਾ ਹੈ ਅਤੇ ਜਿੱਥੇ ਉਸ ਨੂੰ ਹੌਸਲੇ, ਹਿੰਮਤ ਅਤੇ ਲਗਨ ਦੇ ਖੰਭ ਪ੍ਰਾਪਤ ਹੁੰਦੇ ਨੇ, ਜਿਨ੍ਹਾਂ ਖੰਭਾਂ ਦੇ ਨਾਲ ਉਹ ਆਪਣੀ ਸਫਲਤਾ ਦੇ ਵੱਲ, ਆਪਣੀ ਮੰਜ਼ਿਲ ਦੇ ਵੱਲ ਵੱਧ ਸਕਦਾ ਹੈ। ਸੋ ਡਾਕਟਰ ਹੀਰਾ ਜੀ ਦੀਆਂ ਜਿੰਨੀਆਂ ਵੀ ਲਿਖਤਾਂ ਨੇ ਉਹ ਸਾਰੀਆਂ ਹੀ ਰਾਹ ਦਸੇਰਾ ਹਨ, ਸਾਰੀਆਂ ਹੀ ਸੰਘਰਸ਼ ਕਰ ਰਹੇ ਲੋਕਾਂ, ਵਿਦਿਆਰਥੀਆਂ ਨੂੰ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਲੱਗਦੀਆਂ ਹਨ। ਸੋ ਉਹਨਾਂ ਦਾ ਇੱਕ ਹਾਸਿਲ ਹੈ ਕਿ ਉਹਨਾਂ ਦੀ ਹਰ ਇੱਕ ਲਿਖਤ, ਹਰ ਇੱਕ ਲੈਅ ਦੇ ਵਿੱਚ ਇੱਕ ਬੌਧਿਕਤਾ ਛੁਪੀ ਹੁੰਦੀ ਹੈ। ਭਾਵ ਕਿ ਉਸ ਨੂੰ ਪੜ੍ਹਨ ਦੇ ਲਈ ਵੀ ਬੌਧਿਕਤਾ ਦੀ ਜ਼ਰੂਰਤ ਹੈ, ਪਰੰਤੂ ਉਸ ਨੂੰ ਪੜ੍ਹਦਿਆਂ ਹੋਇਆਂ ਜਿਹੜੀ ਪੜ੍ਹਨ ਵਾਲੇ ਦੀ ਬੌਧਿਕਤਾ ਹੈ ਉਹ ਵੀ ਵਿਕਸਿਤ ਹੁੰਦੀ ਹੈ। ਸੋ ਇੱਕ ਹਾਸਲ ਹੈ ਉਹਨਾਂ ਦੀ ਲਿਖਤਾਂ ਦੇ ਲਈ। ਮੈਨੂੰ ਉਮੀਦ ਹੈ ਕਿ ਜਿਹੜਾ ਇਹ ਸਮਾਂ, ਇੱਕ ਦਿਨ ਇਹ ਕਾਲ, ਇਹ ਸਮਾਂ ਉਹਨਾਂ ਦੀਆਂ ਲਿਖਤਾਂ ਦੇ ਸਮੇਂ ਦੇ ਨਾਲ ਜਾਣਿਆ ਜਾਏਗਾ। ਸੋ ਮੈਂ ਸ਼ੁਭ ਇਛਾਵਾਂ ਦੇ ਸਾਹਿਤ ਡਾਕਟਰ ਹੀਰਾ ਜੀ ਨੂੰ ਇੱਕ ਵਾਰ ਫੇਰ ਆਖਦਾ ਕਿ ਉਹ ਜਿਹੜੇ ਪੈਂਡੇ 'ਤੇ ਚੱਲ ਰਹੇ ਨੇ, ਇਹ ਬੜਾ ਹੀ ਦਿਲਚਸਪ, ਰੌਚਕ ਅਤੇ ਸਮਾਜ ਦੇ ਲਈ ਰਾਹ ਦਸੇਰਾ ਹੈ। ਇਸ 'ਤੇ ਉਹ ਸਦਾ ਚੱਲਦੇ ਰਹਿਣ। ਸਮਾਜ, ਅਸੀਂ, ਪਾਠਕ ਉਹਨਾਂ ਦੀਆਂ ਲਿਖਤਾਂ ਦਾ ਤਹਿ ਦਿਲੋਂ ਇੰਤਜ਼ਾਰ ਕਰਦੇ ਰਹਾਂਗੇ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਪ੍ਰੀਤਪਾਲ ਸਿੰਘ ਹੈ ਅਤੇ ਮੈਂ ਮੌਜੂਦਾ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ PhD ਰਿਸਰਚ ਸਕਾਲਰ ਹਾਂ। ਮੇਰੀ ਖੋਜ ਮੌਜੂਦਾ ਸ਼ਹਿਰੀ ਜੰਗਲਾਤ ਕੀਟ ਵਿਗਿਆਨ ਦੇ ਉੱਪਰ ਹੈ। ਪਿਛਲੇ ਸਮੇਂ ਦੇ ਵਿੱਚ ਮੈਂ ਆਪਣੀ MSc ਨਾਰਥ ਡਕੋਟਾ ਸਟੇਟ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ, ਜਿੱਥੇ ਕਿ ਮੇਰਾ ਕੰਮ ਆਲਫਾਲਫਾ ਲੀਫ ਕਟਿੰਗ ਮੱਖੀਆਂ ਦੇ ਉੱਪਰ ਜੋ ਪ੍ਰਭਾਵ ਪੈ ਰਹੇ ਨੇ ਮੌਸਮ ਤਬਦੀਲੀ ਦੇ ਨਾਲ, ਉਹਨਾਂ ਨੂੰ ਸਟੱਡੀ ਕਰਨਾ ਸੀ। ਉਸ ਤੋਂ ਵੀ ਪਹਿਲਾਂ ਮੈਂ ਆਪਣੀ BSc ਐਗਰੀਕਲਚਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹਾਸਿਲ ਕੀਤੀ ਹੈ, ਜਿੱਥੇ ਕਿ ਡਾਕਟਰ ਹੀਰਾ ਸਿੰਘ ਮੇਰੇ ਪ੍ਰੋਫੈਸਰ ਸਨ ਉੱਥੇ। ਅਤੇ ਖੁਸ਼ਕਿਸਮਤੀ ਨਾਲ ਮੈਂ ਉਹਨਾਂ ਦੇ ਪਿੰਡ ਤੋਂ ਵੀ ਬਿਲੋਂਗ ਕਰਦਾ ਅਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਮੇਰੇ ਲਈ ਇੱਕ ਰਾਹ ਦਸੇਰੇ ਦੀ ਤਰ੍ਹਾਂ ਹਨ, ਕਿਉਂਕਿ ਜਦੋਂ ਮੈਂ ਛੋਟਾ ਹੁੰਦਾ ਸੀ 6ਵੀਂ 7ਵੀਂ ਦੇ ਵਿੱਚ, ਤਾਂ ਇੱਕ ਦਿਨ ਪਿੰਡ ਦੇ ਵਿੱਚ ਸਮਾਗਮ ਸੀ ਜਿੱਥੇ ਕਿ ਮੈਂ ਗਿਆ ਹੋਇਆ ਸੀ, ਅਤੇ ਉੱਥੇ ਉਹਨਾਂ ਦੇ ਜਾਣਕਾਰ ਗੱਲਾਂ ਕਰ ਰਹੇ ਸੀ ਕਿ ਇਹ ਆਪਣੇ ਪਿੰਡ ਤੋਂ ਕੋਈ ਬੰਦਾ ਉੱਠ ਕੇ ਗਿਆ ਹੈ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇੱਕ ਪ੍ਰੋਫੈਸਰ ਹੈ ਅਤੇ ਵਿਗਿਆਨੀ ਵੀ ਹੈ। ਅਤੇ ਮੇਰੇ ਵੀ ਦਿਲ ਦੇ ਵਿੱਚ ਉੱਠਿਆ ਕਿ ਖੁਸ਼ਕਿਸਮਤੀ ਹੋਵੇ ਕਿ ਮੈਂ ਵੀ ਇੱਕ ਦਿਨ ਮਿਹਨਤ ਕਰਾਂ ਅਤੇ ਮੈਂ ਵੀ ਉੱਥੇ ਤੱਕ ਪਹੁੰਚਾਂ। ਅਤੇ ਹੁਣ ਮੈਂ ਉਸੇ ਲਾਈਨ ਦੇ ਉੱਪਰ ਹੀ ਜਾ ਰਿਹਾ। ਅਤੇ ਇਸ ਦੇ ਵਿੱਚ ਡਾਕਟਰ ਹੀਰਾ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ, ਅਤੇ ਉਹਨਾਂ ਦੇ ਆਰਟੀਕਲਸ, ਉਹਨਾਂ ਦੀਆਂ ਇੰਟਰਵਿਊਜ਼ ਬਹੁਤ ਹੀ ਜ਼ਿਆਦਾ ਇੰਸਪੀਰੇਸ਼ਨਲ ਹੁੰਦੀਆਂ ਨੇ, ਬਹੁਤ ਹੀ ਜ਼ਿਆਦਾ ਸਰਲ ਭਾਸ਼ਾ ਦੇ ਵਿੱਚ ਹੁੰਦੀਆਂ ਨੇ। ਜਦੋਂ ਵੀ ਮੈਂ ਉਹਨਾਂ ਨੂੰ ਦੇਖਦਾ, ਉਹਨਾਂ ਦੇ ਆਰਟੀਕਲਸ ਨੂੰ ਪੜ੍ਹਦਾ ਜਾਂ ਇੰਟਰਵਿਊਜ਼ ਨੂੰ ਦੇਖਦਾ, ਤਾਂ ਮੈਨੂੰ ਇੱਦਾਂ ਹੀ ਲੱਗਦਾ ਕਿ ਕੋਈ ਜਿਹੜੀ ਸਾਹਮਣੇ ਵੀਡੀਓ ਚੱਲ ਰਹੀ ਹੈ ਉਹ ਮੇਰੀ ਹੀ ਸਟੋਰੀ ਨੂੰ ਦੱਸ ਰਹੀ ਹੈ ਕਿਸੇ ਹੋਰ ਸ਼ਬਦਾਂ ਦੇ ਵਿੱਚ। ਅਤੇ ਡਾਕਟਰ ਹੀਰਾ ਸਿੰਘ ਨੂੰ ਬਹੁਤ ਜ਼ਿਆਦਾ ਮੁਬਾਰਕਬਾਦ ਉਹਨਾਂ ਦੇ ਇਸ ਕਾਰਜ ਉੱਪਰ। ਅਤੇ ਉਹ ਬਹੁਤ ਹੀ ਜ਼ਿਆਦਾ ਰੇਅਰ ਕੰਬੀਨੇਸ਼ਨ ਨੇ ਕਿ ਸਾਇੰਸ ਦੇ ਵਿੱਚ ਜੋ ਵਿਗਿਆਨੀ ਨੇ ਜਾਂ ਪ੍ਰੋਫੈਸਰ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਕਿ ਇੰਨੀ ਸਰਲ ਪੰਜਾਬੀ ਦੇ ਵਿੱਚ ਆਰਟੀਕਲਸ ਨੂੰ, ਆਪਣੇ ਭਾਵਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ, ਅਤੇ ਉਹ ਅਜਿਹਾ ਕੰਮ ਕਰ ਰਹੇ ਨੇ। ਅਤੇ ਬਹੁਤ ਜ਼ਿਆਦਾ ਮੁਬਾਰਕਬਾਦ ਉਹਨਾਂ ਨੂੰ, ਅਤੇ ਦਿਲੋਂ ਅਰਦਾਸ ਹੈ ਕਿ ਉਹ ਅੱਗੇ ਵੀ ਇੱਦਾਂ ਹੀ ਕਰਦੇ ਰਹਿਣ। ਥੈਂਕ ਯੂ। ਕੀ ਤੁਹਾਡਾ ਵੀ ਬਾਹਰ ਜਾਣ ਦਾ ਸੁਪਨਾ ਹੈ? ਕੀ ਤੁਸੀਂ ਵੀ 8+ ਬੈਂਡ ਲੈਣਾ ਚਾਹੁੰਦੇ ਹੋ? ਤਾਂ ਫਿਰ ਹੁਣੇ ਜੁਆਇਨ ਕਰੋ ਰਸਨੀਕ ਆਈਲੈਟਸ ਕੋਚਿੰਗ ਸੈਂਟਰ ਨੂੰ, ਜਿੱਥੇ ਘੱਟ ਫੀਸ ਤੇ ਵੱਧ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ। IDP ਵੱਲੋਂ ਸਰਟੀਫਾਈਡ ਇਸ ਸੈਂਟਰ 'ਚ ਤੁਹਾਡੀ ਸੁਵਿਧਾ ਮੁਤਾਬਕ ਆਨਲਾਈਨ ਤੇ ਆਫਲਾਈਨ ਕਲਾਸਿਸ ਦਾ ਵੀ ਵਿਸ਼ੇਸ਼ ਪ੍ਰਬੰਧ ਹੈ,
ਤਾਂ ਸੰਪਰਕ ਕਰੋ ਰਸਨੀਕ ਆਈਲੈਟਸ ਕੋਚਿੰਗ ਸੈਂਟਰ 7986024708। There are various coaching centers that provide classes for IELTS, but I assure you a difference. Listening module is like a cakewalk, and definitely you do not require coaching for it. It's just a matter of practice. But on the other hand, reading, speaking and writing require a lot of practice along with proper guidance. So I am here to guide you in the best way I can. I am providing both online and offline lectures for writing part, proper formatting, reading tips and tricks, and speaking individual classes as well.